गवारी। नारायण निंदक नारायण निंदस काय भूली गवारी। 695 695। ठीक है जी। उम्मीद है कि सारे नूं पता लग गया होगा जी 695 ਤੇ ਸ਼ਬਦ ਦਾ ਵੀ ਤੁਹਾਨੂੰ ਪਤਾ ਲੱਗ ਗਿਆ ਹੋਊਗਾ। ਤੇ ਸਵਿੰਦਰ ਕੌਰ ਜੀ ਤੁਸੀਂ ਦੂਸਰਾ ਜਿਹੜਾ ਆਪਣਾ ਨਾਰਮਲ ਹੈਗਾ ਆਪਣਾ ਉਹ ਵੀ ਦੱਸ ਦਿਓ ਜੀ। ਹਾਂਜੀ ਉਹ ਹੈਗਾ ਜੀ ਪੇਜ ਨੰਬਰ 91 ਤੇ 20ਵੀਂ ਪੌੜੀ ਕੀ ਹੈ ਭਾਈ ਉਹ ਕੀ ਕਨਫਿਊਜ਼ ਕਰ ਰਹੇ ਹੋ ਦੋ? ਨਹੀਂ ਬਾਅਦ ਹੀ ਦੱਸੋ ਨਾ। ਮੈਂ ਤਾਂ ਕਹਿੰਦਾ ਸੀਗਾ ਕਿਉਂਕਿ ਇੱਥੋਂ ਮੈਂ ਮਿਊਟ ਕਰ ਦੇਣਾ ਸੀਗਾ ਸਾਰਿਆਂ ਨੂੰ ਤਾਂ ਕਿ ਉਹ ਲੜੀ ਜੁੜੀ ਰਹੇ ਸਾਨੂੰ ਫੇਰ ਕਹਿਣਾ ਪੈਣਾ। ਮੈਂ ਤਾਂ ਕਹਿੰਦਾ ਸੀਗਾ ਕਨਫਿਊਜ਼ਡ ਹੈਗੇ ਆ ਮੈਂ ਕਨਫਿਊਜ਼ਡ ਹਾਂ। 2 ਪੇਜ ਕੀ ਦੱਸ ਰਹੇ ਹੋ? ਕੋਈ ਗੱਲ ਨਾ ਜਦੋਂ ਮੈਂ ਇਹ ਸ਼ਬਦ ਦੀ ਵਿਆਖਿਆ ਖਤਮ ਕਰਾਂਗਾ ਮੈਂ ਨਾਲ ਹੀ ਦੂਜਾ ਪੌੜੀ ਤੇ ਦੱਸ ਦਵਾਂਗਾ ਨਾ। ਠੀਕ ਹੈ ਜੀ ਠੀਕ ਹੈ ਠੀਕ ਹੈ ਜੀ। ਇਸ ਤਰ੍ਹਾਂ ਕਨਫਿਊਜ਼ ਹੋ ਜਾਓਗੇ। ਹੁਣ ਤੁਸੀਂ 695 ਅੰਗ ਤੇ ਅਸੀਂ ਨਾਰਾਇਣ ਨਿੰਦਸ ਕਾਇ ਭੂਲੀ ਗਵਾਰੀ। ਠੀਕ ਹੈ ਜੀ ਮੈਨੂੰ ਮਿਊਟ ਕਰ ਲੈਣ ਦਿਓ ਜੀ ਸਾਰਿਆਂ ਨੂੰ। ਹਾਂਜੀ ਗਿਆਨੀ ਜੀ ਅਨਮਿਊਟ ਹੋ ਜਾਓ। ਠੀਕ ਹੈ ਜੀ ਧੰਨਵਾਦ। ਸਾਰਿਆਂ ਨੂੰ ਬੇਨਤੀ ਹੈ ਜੀ ਕੋਈ ਵੀ ਹੁਣ ਅਨਮਿਊਟ ਨਾ ਹੋਵੇ। ਤੇ ਗਿਆਨੀ ਜੀ ਪਹਿਲਾਂ ਤਾਂ ਸ਼ਬਦ ਦੀ ਕਥਾ ਕਰਨ ਲੱਗੇ ਫਿਰ ਜਿਹੜਾ ਰੈਗੂਲਰ ਅਸੀਂ ਕਰਦੇ ਹਾਂ ਉਹ ਕਰਕੇ ਤੇ ਆਪਾਂ ਮੁੜ ਕੇ ਆਨੇ ਆ ਜੀ। ਜੇ ਕੋਈ ਸਵਾਲ ਜਵਾਬ ਹੋਏ ਤਾਂ ਉਹਦੇ ਵਿੱਚੋਂ ਆਪਾਂ ਕਰਾਂਗੇ। ਗਿਆਨੀ ਜੀ ਜਦੋਂ ਵੀ ਰੈਡੀ ਹੋਊਗੇ ਤੁਸੀਂ ਤਾਂ ਅੱਜ ਦੀ ਕਥਾ ਸ਼ੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਹੈ ਜੀ ਸਾਰੇ ਵੀਰ ਭੈਣਾਂ ਦਾ ਤੁਹਾਡਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਕੱਲ ਭੈਣ ਨੇ ਕਿਹਾ ਸੀ ਕਿ ਇਹ ਸ਼ਬਦ ਦੀ ਜਿਹੜੀ ਵਿਚਾਰ ਹੈ ਉਹ ਅਸੀਂ ਸਾਂਝੀ ਕਰੀਏ। ਭਗਤ ਤ੍ਰਿਲੋਚਨ ਜੀ ਦਾ ਇਹ ਪਾਵਨ ਸ਼ਬਦ ਹੈ ਧਨਾਸਰੀ ਰਾਗ ਅੰਦਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 695 ਤੇ ਅੰਕਿਤ ਹੈ ਜਿਸ ਦੀ ਵਿਚਾਰ ਅਸੀਂ ਅੱਜ ਥੋੜੇ ਸਮੇਂ ਲਈ ਕਰ ਰਹੇ ਹਾਂ। ਬਾਕੀ ਸ੍ਰੀ ਰਾਗ ਦੀ ਜੋ ਵਿਵਹਾਰ ਦੀ ਵਿਚਾਰ ਚੱਲ ਰਹੀ ਹੈ ਉਸ ਤੋਂ ਬਾਅਦ ਇਹ ਸ਼ਬਦ ਦੀ ਵਿਚਾਰ ਤੋਂ ਬਾਅਦ ਅਸੀਂ ਉੱਥੇ ਪਹੁੰਚਦੇ ਹਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਓੰਕਾਰ ਤੋਂ ਭਾਵ ਇੱਕ ਸਰਬ ਵਿਆਪਕ ਪਰਮ ਸੱਤਿਆ ਜਿਸ ਕਰਕੇ ਸੰਸਾਰ ਦੀ ਉਤਪਤੀ ਲੈਤਾ ਪਾਲਣਾ ਔਰ ਸੰਚਾਲਨ ਹੁੰਦਾ ਹੈ, ਜੋ ਸदैव ਹੈ ਅਬਿਨਾਸ਼ੀ ਹੈ ਔਰ ਜਿਸ ਬਾਰੇ ਸਾਨੂੰ ਜਾਣਕਾਰੀ ਜਾਂ ਅਭੇਦਤਾ ਗੁਰੂ ਦੇ ਗਿਆਨ ਰਾਹੀਂ ਗੁਰੂ ਦੀ ਰਹਿਮਤ ਰਾਹੀਂ ਮਿਲਦੀ ਹੈ। ਐਸੇ ਪ੍ਰਭੂ ਦੇ ਅੰਦਰ ਅਸੀਂ ਗੁਰੂ ਦੇ ਗਿਆਨ ਰਾਹੀਂ ਅਭੇਦ ਹੋ ਸਕਦੇ ਹਾਂ। ਨਾਰਾਇਣ ਨਿੰਦਸ ਕਾਇ ਭੂਲੀ ਗਵਾਰੀ ਦੁਕ੍ਰਿਤ ਸੁਕ੍ਰਿਤ ਥਾਰੋ ਕਰਮਰੀ। ਇਸ ਪਾਵਨ ਸ਼ਬਦ ਰਾਹੀਂ ਭਗਤ ਤ੍ਰਿਲੋਚਨ ਜੀ ਨੇ ਮਨੁੱਖ ਮਾਤਰ ਦੇ ਆਮ ਜਿਹੜੇ ਨੇ ਬਹੁਤ ਵੱਡੇ ਭਰਮ ਔਰ ਭੁਲੇਖੇ ਕੱਢੇ ਨੇ। ਕਿਉਂਕਿ ਆਮ ਲੋਕਾਂ ਦੇ ਅੰਦਰ ਇਹ ਭਰਮ ਪਾਇਆ ਗਿਆ ਸੀ ਕਿ ਜੋ ਪਿਛਲੇ ਕਰਮ ਨੇ ਉਹਨਾਂ ਦਾ ਨਿਬੇੜਾ ਹੋ ਜਾਂਦਾ ਹੈ ਜੇ ਅਸੀਂ ਤੀਰਥਾਂ ਤੇ ਨਹਾਈਏ ਪਾਪ ਆਦਿਕ ਉਤਰ ਜਾਂਦੇ ਨੇ। ਦੂਜੀ ਇਹ ਗੱਲ ਸੀ ਕਿ ਜੇ ਅਸੀਂ ਦੇਵਤਿਆਂ ਦੀ ਪੂਜਾ ਕਰੀਏ ਤਾਂ ਦੇਵਤਿਆਂ ਦੀ ਪੂਜਾ ਦੇ ਕਰਨ ਦੇ ਨਾਲ ਸਾਡੇ ਜੋ ਕਰਮ ਨੇ ਉਹ ਖਤਮ ਹੋ ਜਾਂਦੇ ਨੇ ਔਰ ਸਾਨੂੰ ਸੁਖ ਸ਼ਾਂਤੀ ਆਦਿਕ ਮਿਲਦੀ ਹੈ। ਤੇ ਤੀਜੀ ਗੱਲ ਇਹ ਸੀ ਕਿ ਸਾਡੀ ਕਿਸਮਤ ਜਿਹੜੀ ਹੈ ਰੱਬ ਲਿਖ ਕੇ ਭੇਜਦਾ ਹੈ। ਰੱਬ ਉਹਨਾਂ ਕੰਮਾਂ ਅਨੁਸਾਰ ਸਾਨੂੰ ਸੁੱਖ ਦੁੱਖ ਜਿਹੜਾ ਹੈ ਕਿਸਮਤ ਵਿੱਚ ਜੋ ਲਿਖਿਆ ਹੈ ਉਹਦੇ ਰਾਹੀਂ ਮਿਲਦਾ ਹੈ। ਤੇ ਜਿਹੜੇ ਪਿਛਲੇ ਕੀਤੇ ਹੋਏ ਕਰਮ ਨੇ ਜਿਨ੍ਹਾਂ ਕਰਕੇ ਸੁੱਖ ਦੁੱਖ ਮਿਲ ਰਹੇ ਨੇ ਉਹ ਤੀਰਥਾਂ ਤੇ ਨਹਾਉਣ ਨਾਲ ਖਤਮ ਹੋ ਜਾਂਦੇ ਨੇ ਜਾਂ ਫਿਰ ਦੇਵਤਿਆਂ ਦੀ ਪੂਜਾ ਕਰਕੇ ਖਤਮ ਹੋ ਜਾਂਦੇ ਨੇ। ਇਹ ਭਰਮ ਮਨੁੱਖਤਾ ਦੇ ਅੰਦਰ ਪੈਦਾ ਕੀਤਾ ਗਿਆ ਸੀ। ਭਗਤ ਤ੍ਰਿਲੋਚਨ ਜੀ ਇਸ ਪਾਵਨ ਸ਼ਬਦ ਰਾਹੀਂ ਮਨੁੱਖ ਮਾਤਰ ਦੇ ਇਸ ਭਰਮ ਨੂੰ ਦੂਰ ਕਰ ਰਹੇ ਨੇ ਕਿ ਜੋ ਸੁੱਖ ਔਰ ਦੁੱਖ ਹੈ ਇਹ ਸਾਨੂੰ ਰੱਬ ਨੇ ਲਿਖ ਕੇ ਨਹੀਂ ਭੇਜਿਆ, ਇਹ ਸਾਡੇ ਆਪਣੇ ਕਰਮਾਂ ਦਾ ਫਲ ਹੈ। ਔਰ ਜਿਹੜੇ ਕਰਮ ਨੇ ਜੋ ਅਸੀਂ ਜ਼ਿੰਦਗੀ ਵਿੱਚ ਕਰਦੇ ਹਾਂ ਤੀਰਥਾਂ ਤੇ ਨਹਾਉਣ ਦੇ ਨਾਲ ਇਹਨਾਂ ਵਿੱਚ ਕੋਈ ਫਰਕ ਨਹੀਂ ਪੈਂਦਾ। ਜਿੰਨਾ ਮਰਜ਼ੀ ਤੁਸੀਂ ਤੀਰਥਾਂ ਤੇ ਨਹਾਈ ਜਾਓ। ਦੇਵਤਿਆਂ ਦੀ ਪੂਜਾ ਕਰਨ ਦੇ ਨਾਲ ਦੇਵਤਿਆਂ ਨੂੰ ਭੋਗ ਲਵਾਉਣ ਨਾਲ ਫੁੱਲ ਪੱਤੀਆਂ ਚੜਾਉਣ ਨਾਲ ਧੂਫਾਂ ਦਿਖਾਉਣ ਦੇ ਨਾਲ ਇਹ ਸੁੱਖ ਦੁੱਖ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ। ਜਿੰਨਾ ਮਰਜ਼ੀ ਤੁਸੀਂ ਦੇਵਤਿਆਂ ਨੂੰ ਮਨਾਈ ਜਾਓ। ਹੁਣ ਭਗਤ ਤ੍ਰਿਲੋਚਨ ਜੀ ਨੇ ਜੋ ਬ੍ਰਾਹਮਣ ਦੀਆਂ ਮਨੌਤਾਂ ਸਨ, ਜੋ ਧਰਮ ਸ਼ਾਸਤਰਾਂ ਦੇ ਵਿੱਚ ਬ੍ਰਾਹਮਣ ਨੇ ਲਿਖਿਆ ਹੈ,
ਉਹਨਾਂ ਦੀ ਲਿਖਤ ਨੂੰ ਹੂ ਬਹੂ ਲਿਆ ਹੈ। ਇਹ ਨਹੀਂ ਕਿ ਭਗਤ ਤਰਲੋਚਨ ਜੀ ਇਹਨਾਂ ਚੀਜ਼ਾਂ ਨੂੰ ਸੱਚ ਮੰਨ ਰਹੇ ਨੇ, ਗੱਲ ਇਹ ਨਹੀਂ ਹੈ। ਉਸ ਦੀ ਲਿਖਤ ਨੂੰ ਹੀ ਹੂ ਬਹੂ ਲੈ ਕੇ ਤੇ ਬਹੁਤ ਸਾਰੇ ਭਰਮ ਔਰ ਵਹਿਮ ਜਿਹੜੇ ਨੇ ਦੂਰ ਕੀਤੇ ਨੇ। ਇਸ ਪਾਵਨ ਸ਼ਬਦ ਦੇ ਅੰਦਰ ਮਿਥਿਹਾਸਕ ਜੋ ਘਟਨਾਵਾਂ ਨੇ ਉਹਨਾਂ ਨੂੰ, ਉਹਨਾਂ ਕਹਾਣੀਆਂ ਨੂੰ ਭਗਤ ਤਰਲੋਚਨ ਜੀ ਨੇ ਹੂ ਬਹੂ ਲੈ ਕੇ ਤੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ। ਹੁਣ ਭਗਤ ਤਰਲੋਚਨ ਜੀ ਕਹਿੰਦੇ ਨੇ, ਨਾਰਾਇਣ ਨਿੰਦਸ ਕਾਏ ਭੂਲੀ ਗਵਾਰੀ। ਹੇ ਮੇਰੀ ਭੁੱਲੀ ਜਿੰਦੇ, ਬੇਸਮਝ ਜਿੰਦ, ਨਾਰਾਇਣ ਦੀ ਨਿੰਦਿਆ ਕਿਉਂ ਕਰਦੀ ਹੈ? ਨਿੰਦਿਆ ਦਾ ਮਤਲਬ ਦੋਸ਼ ਦੇਣਾ, ਕਿ ਰੱਬ ਨੂੰ ਤੂੰ ਕਿਉਂ ਨਿੰਦਦੀ ਹੈ, ਰੱਬ ਨੂੰ ਕਿਉਂ ਦੋਸ਼ ਦਿੰਦੀ ਹੈ। ਰੱਬ ਨੂੰ ਦੋਸ਼ ਦੇਣਾ ਵਿਅਰਥ ਹੈ। ਕਾਹਦੇ ਵਾਸਤੇ? ਕਿ ਮੇਰੀ ਕਿਸਮਤ ਵਿੱਚ ਦੁੱਖ ਰੱਬ ਨੇ ਲਿਖੇ ਨੇ, ਦੂਜੇ ਦੀ ਕਿਸਮਤ ਵਿੱਚ ਸੁੱਖ ਰੱਬ ਨੇ ਲਿਖੇ ਨੇ। ਇਹ ਦੋਸ਼ ਦੇਣਾ ਗਲਤ ਹੈ। ਰੱਬ ਨੇ ਕਿਸੇ ਦੀ ਕਿਸਮਤ ਵਿੱਚ ਦੁੱਖ ਨਹੀਂ ਲਿਖਿਆ। ਜੇ ਰੱਬ ਨੇ ਕਿਸੇ ਦੀ ਕਿਸਮਤ ਵਿੱਚ ਸੁੱਖ ਔਰ ਦੁੱਖ ਲਿਖਿਆ ਤਾਂ ਉਹਨੂੰ ਅਸੀਂ ਨਿਰਵੈਰ ਨਹੀਂ ਕਹਿ ਸਕਦੇ। ਰੱਬ ਨਿਰਵੈਰ ਹੈ। ਮੂਲ ਮੰਤਰ ਵਿੱਚ ਅਸੀਂ ਪੜ੍ਹ ਆਏ ਆ ਨਾ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਉਹਦਾ ਕਿਸੇ ਦੇ ਨਾਲ ਕੋਈ ਵੈਰ ਨਹੀਂ ਹੈ। ਇਹ ਜਗਤ ਪੈਦਾ ਕੀਤਾ ਹੈ ਸਾਰਿਆਂ ਵਾਸਤੇ, ਧਰਤੀ ਚੰਦਰਮਾ ਆਕਾਸ਼ ਗ੍ਰਹਿ ਨਕਸ਼ਤਰ ਹਵਾ ਪੌਣ ਪਾਣੀ ਬੈਸੰਤਰ ਸਭ ਵਾਸਤੇ ਇੱਕੋ ਜਿਹਾ ਸਿਸਟਮ ਹੈ, ਕਿਸੇ ਵਾਸਤੇ ਕੋਈ ਫਰਕ ਨਹੀਂ ਹੈ। ਤਾਂ ਇਸ ਲਈ ਹੈ ਮੇਰੀ ਭੁੱਲੀ ਹੋਈ ਜਿੰਦ, ਰੱਬ ਨੂੰ ਨਾ ਨਿੰਦ, ਰੱਬ ਦੇ ਉੱਤੇ ਦੋਸ਼ ਨਾ ਦੇ। ਫਿਰ ਦੁੱਖ ਔਰ ਸੁੱਖ ਕੀ ਹੈ? ਇਹ ਕਿਵੇਂ ਮਿਲਦਾ ਹੈ? ਦੁਕ੍ਰਿਤ ਸੁਕ੍ਰਿਤ ਥਾਰੋ ਕਰਮਰੀ। ਦੁਕ੍ਰਿਤ ਦਾ ਮਤਲਬ ਹੈ ਪਾਪ, ਤੇ ਸੁਕ੍ਰਿਤ ਦਾ ਮਤਲਬ ਹੈ ਕੀਤਾ ਹੋਇਆ ਭਲਾ ਕੰਮ। ਦੁਕ੍ਰਿਤ ਦਾ ਮਤਲਬ ਪਾਪ ਯਾਨੀ ਮਾੜੇ ਕੰਮ, ਜੋ ਵਿਸ਼ੇ ਵਿਕਾਰ ਅਸੀਂ ਕਮਾਉਂਦੇ ਹਾਂ, ਤੇ ਸੁਕ੍ਰਿਤ ਦਾ ਮਤਲਬ ਜੋ ਭਲੇ ਕੰਮ ਨੇ। ਥਾਰੋ ਦਾ ਮਤਲਬ ਤੇਰਾ ਆਪਣਾ, ਰੀ ਦਾ ਮਤਲਬ ਹੈ ਜਿੰਦੇ। ਇਹ ਜਿੰਦੇ ਪੁੰਨ ਔਰ ਪਾਪ, ਚੰਗੇ ਔਰ ਜਿਹੜੇ ਮਾੜੇ ਕਰਮ ਨੇ ਤੇਰੇ ਆਪਣੇ ਕੀਤੇ ਹੋਏ ਨੇ, ਜਿਹਦੇ ਕਾਰਨ ਸੁੱਖ ਔਰ ਦੁੱਖ ਮਿਲਦਾ ਹੈ। ਰੱਬ ਫੜ ਕੇ ਕਿਸੇ ਨੂੰ ਨਹੀਂ ਲਿਜਾਂਦਾ ਵੀ ਤੂੰ ਸ਼ਰਾਬ ਪੀ, ਤੇ ਫਿਰ ਉਹਦੀ ਕਿਡਨੀ ਖਰਾਬ ਹੋ ਜਾਏ ਤੇ ਫਿਰ ਕਹਿਣਗੇ ਜੀ ਸਾਡੀ ਕਿਸਮਤ ਵਿੱਚ ਨਹੀਂ ਲਿਖਿਆ। ਸ਼ਰਾਬ ਪੀਣ ਬੰਦਾ ਆਪ ਗਿਆ ਹੈ, ਨਸ਼ਿਆਂ ਵਿੱਚ ਆਪ ਖਚਤ ਹੋਇਆ। ਰੱਬ ਫੜ ਕੇ ਠੇਕੇ ਤੇ ਨਹੀਂ ਲਿਜਾਂਦਾ ਕਿਸੇ ਨੂੰ। ਰੱਬ ਨੇ ਨਹੀਂ ਕਿਹਾ ਕਿ ਤੁਸੀਂ ਕਿਸੇ ਦੀ ਪ੍ਰੋਪਰਟੀ ਤੇ ਕਬਜ਼ਾ ਕਰੋ। ਰੱਬ ਨਹੀਂ ਕਹਿੰਦਾ ਕਿ ਇੱਕ ਦੂਜੇ ਨਾਲ ਈਰਖਾ ਕਰੋ। ਇਹ ਕੰਮ ਬੰਦਾ ਖੁਦ ਕਰਦਾ ਹੈ, ਔਰ ਆਪਣੇ ਦੋਸ਼ ਰੱਬ ਤੇ ਮੜੇਗਾ, ਜਾਂ ਆਪਣੇ ਦੋਸ਼ ਆਪਣੀਆਂ ਗਲਤੀਆਂ ਨੂੰ ਛੁਪਾਉਣ ਲਈ ਕਿਸਮਤ ਦਾ ਨਾਮ ਵਰਤੇਗਾ। ਜੋ ਲੋਕ ਕਿਸਮਤ ਦਾ ਨਾਮ ਵਰਤਦੇ ਨਾ, ਮਾੜੀ ਕਿਸਮਤ, ਉਹ ਆਪਣੀਆਂ ਗਲਤੀਆਂ ਤੇ ਪਰਦਾ ਪਾਉਂਦੇ ਨੇ। ਕਿਸਮਤ ਸ਼ਬਦ ਆਪਣੀਆਂ ਗਲਤੀਆਂ ਤੇ ਪਰਦਾ ਪਾਉਣਾ ਹੈ। ਬੰਦਾ ਸਾਫ਼ ਨਹੀਂ ਮੰਨਦਾ ਸਿੱਧਾ ਕਿ ਮੇਰੀ ਗਲਤੀ ਕਾਰਨ ਹੋਇਆ। ਤਾਂ ਭਗਤ ਤਰਲੋਚਨ ਜੀ ਸਾਫ਼ ਲਫ਼ਜ਼ਾਂ ਵਿੱਚ ਕਹਿ ਰਹੇ ਨੇ ਕਿ ਰੱਬ ਨੂੰ ਦੋਸ਼ ਨਾ ਦਿਓ, ਰੱਬ ਤੁਹਾਡੀ ਕਿਸਮਤ ਚੰਗੀ ਮਾੜੀ ਨਹੀਂ ਲਿਖਦਾ। ਦੁਕ੍ਰਿਤ ਸੁਕ੍ਰਿਤ ਥਾਰੋ ਕਰਮਰੀ। ਥਾਰੋ ਦਾ ਮਤਲਬ ਤੁਹਾਡਾ, ਹੇ ਜਿੰਦੇ, ਚੰਗੇ ਔਰ ਮਾੜੇ ਜਿਹੜੇ ਕਰਮ ਕੀਤੇ ਨੇ ਇਹ ਤੇਰੇ ਕੀਤੇ ਹੋਏ ਨੇ, ਤੇ ਤੇਰੇ ਇਹਨਾਂ ਚੰਗੇ ਔਰ ਮਾੜੇ ਕਰਮਾਂ ਕਰਕੇ ਤੇਰੀ ਜ਼ਿੰਦਗੀ ਵਿੱਚ ਦੁੱਖ ਹੈ। ਜਿੰਨੇ ਵੀ ਕਾਮ ਕ੍ਰੋਧ ਲੋਭ ਈਰਖਾ ਦਵੇਸ਼ ਅਸੀਂ ਕਮਾਵਾਂਗੇ ਤਾਂ ਸਾਡੀ ਜ਼ਿੰਦਗੀ ਵਿੱਚ ਅਸ਼ਾਂਤੀ ਪੈਦਾ ਹੋਏਗੀ, ਸਮਾਜ ਵਿੱਚ ਅਸ਼ਾਂਤੀ ਪੈਦਾ ਹੋਏਗੀ। ਤੇ ਜੇ ਸਤ ਸੰਤੋਖ ਦਇਆ ਧਰਮ ਇਹ ਸ਼ੁਭ ਕਰਮ ਕਰਾਂਗੇ ਤਾਂ ਸਾਡੀ ਜ਼ਿੰਦਗੀ ਵਿੱਚ ਸ਼ਾਂਤੀ ਰਹੇਗੀ, ਔਰ ਸਮਾਜ ਦੇ ਅੰਦਰ ਵੀ ਸੁਖ ਸ਼ਾਂਤੀ ਰਹੇਗੀ। ਤਾਂ ਫਿਰ ਸੁਖ ਔਰ ਦੁੱਖ ਕਿਸ ਚੀਜ਼ ਦਾ ਨਤੀਜਾ ਹੋਇਆ? ਸਾਡੇ ਆਪਣੇ ਕੀਤੇ ਹੋਏ ਕੰਮਾਂ ਦਾ। ਹੁਣ ਜੇ ਸੁਖ ਪਾਣਾ ਚਾਹੁੰਦੇ ਆ ਤਾਂ ਸਾਨੂੰ ਕੰਮ ਚੰਗੇ ਕਰਨੇ ਚਾਹੀਦੇ ਨੇ। ਜੇ ਗਲਤੀ ਨਾਲ ਜਾਣ ਅਣਜਾਣੇ ਵਿੱਚ ਅਸੀਂ ਗਲਤ ਕੰਮ ਕਰ ਚੁੱਕੇ ਹਾਂ, ਤਾਂ ਜੇ ਅਸੀਂ ਉਹਨਾਂ ਦੁੱਖਾਂ ਨੂੰ ਸੁੱਖਾਂ ਵਿੱਚ ਬਦਲਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਕਰਮ ਬਦਲਣੇ ਪੈਣਗੇ। ਤੇ ਜੇ ਅਸੀਂ ਕਹੀਏ ਕਿ ਅਸੀਂ ਕੰਮ ਤੇ ਭੈੜੇ ਕਰਦੇ ਜਾਈਏ ਤੇ ਤੀਰਥਾਂ ਤੇ ਨਹਾ ਲਈਏ ਤੇ ਸਾਨੂੰ ਸੁੱਖ ਮਿਲ ਜਾਏ, ਐਵੇਂ ਨਹੀਂ ਹੋਣਾ। ਅੱਗੇ ਸ਼ਬਦ ਦੇ ਅੰਦਰ ਇਹਨਾਂ ਚੀਜ਼ਾਂ ਨੂੰ ਖੋਲ ਰਹੇ ਨੇ। ਜੇ ਅਸੀਂ ਇਹ ਕਹੀਏ ਕਿ ਸਾਡੇ ਕੀਤੇ ਹੋਏ ਮਾੜੇ ਕਰਮ ਨੂੰ ਕੋਈ ਦੇਵਤਾ ਕੱਟ ਦੇਗਾ, ਕਿਸੇ ਦੇਵਤੇ ਦੀ ਫੋਟੋ ਅੱਗੇ ਅਸੀਂ ਧੂਪ ਦਿਖਾ ਦਈਏ, ਫੁੱਲ ਚੜਾ ਦਈਏ, ਭੋਗ ਲਵਾ ਦਈਏ ਤੇ ਸਾਡੇ ਕਰਮ ਕੱਟੇ ਜਾਣ ਨਾ। ਹੁਣ ਅੱਗੇ ਸਾਨੂੰ ਦੇਖੋ ਕਿੰਨੇ ਪਿਆਰ ਨਾਲ ਸਮਝਾਉਂਦੇ ਨੇ
कि शंकरा मस्तक बस्ता सुरसरी स्नान रे। शंकरा का मतलब शंकर शिव जी, सुरसरी का मतलब गंगा, सारंग पान का मतलब जिस दे हथ विच धनुष है। तां विष्णु चन्न शिव जी के मत्थे ते वसदा है, शंकरा मस्तक बसता। हुण देखो जिथों तक चंद्रमा की गल है, अज ये चीज स्पष्ट हो चुकी है कि चंद्रमा धरती का उपग्रह है। इनू असीं सारे जानते हैं। पहला चंद मामा हुंदा सी, मेरा भी मामा, मेरी मां का भी मामा, प्यो का भी मामा, दादे दादी का भी मामा, पुत्र पुत्रियां का भी। लेकिन अज मामे का पता लग गया कि वो मामा जिहड़ा है वो एक धरती वर्गा मिट्टी का टुकड़ा है। लेकिन ब्राह्मण ने शास्त्रां दे विच लिखिया है कि चंद्रमा का जिहड़ा निवास ना शिव जी के मत्थे ते है। शिव जी के मत्थे ते चंन बनया हुंदा ना, कि शिव जी के मत्थे ते वसदा है। नाल ब्राह्मण कहंदा है कि शिव जी दीयां जटावां दे विचों गंगा निकलदी है। तां जदों गंगा निकलदी है ते चंद्रमा दा इशनान भी रोज हुंदा है ते शिव जी दे मत्थे ते वसदा है। हुण भगत त्रिलोचन जी कह रहे ने भी वो शिव जी दे मस्तक दे उत्ते वसदा है। शंकरा मस्तक बसता सुरसरी स्नान रे, कुलजन मध्य मिलियो सारंग पान रे। मिलियो दा मतलब जन्म होया। ते भावें ਇਹਦੇ ਖਾਨਦਾਨ ਦੇ ਵਿੱਚ ਵਿਸ਼ਨੂੰ ਦਾ ਕ੍ਰਿਸ਼ਨ ਰੂਪ ਦੇ ਵਿੱਚ ਅਵਤਾਰ ਹੋਇਆ, ਕਿਉਂਕਿ ਚੰਦਰਵੰਸ਼ੀ ਸੀ ਨਾ ਕ੍ਰਿਸ਼ਨ। ਪਰ ਕੁਲਜਨ ਮੱਧੇ ਮਿਲਿਓ ਸਾਰੰਗ ਪਾਨ ਰੇ। ਕੁਲਜਨ ਮੱਧੇ ਦਾ ਮਤਲਬ ਉਹਨਾਂ ਦੀ ਕੁਲ ਦੇ ਅੰਦਰ ਕ੍ਰਿਸ਼ਨ ਵੀ ਜਨਮ ਲਿਆ। ਚੰਦਰਵੰਸ਼ ਦੇ ਅੰਦਰ ਕ੍ਰਿਸ਼ਨ ਜੀ ਨੇ ਜਨਮ ਵੀ ਲਿਆ। ਕਰਮ ਕਰ ਕਲੰਕ ਮਫੀਟਸ ਰੀ। ਮਫੀਟਸ ਦਾ ਮਤਲਬ ਨਾ ਫਿੱਟਿਆ, ਨਾ ਮਿਟਿਆ। ਕਰਮ ਦਾ ਮਤਲਬ ਕੰਮ ਕਰਕੇ, ਕਲੰਕ ਦਾ ਮਤਲਬ ਮੱਥੇ ਦੇ ਉੱਤੇ ਕਲੰਕ ਲੱਗ ਗਿਆ। ਦੇਖੋ ਹੁਣ ਇਹ ਬ੍ਰਾਹਮਣ ਕਹਿੰਦਾ ਹੈ ਕਿ ਜਿਹੜਾ ਚੰਦਰਮਾ ਹੈ ਉਹ ਸ਼ਿਵ ਜੀ ਦੇ ਮੱਥੇ ਤੇ ਵਸਦਾ ਹੈ। ਸ਼ਿਵ ਜੀ ਦੇ ਮਸਤਕ ਤੋਂ ਜਟਾਵਾਂ ਚੋਂ ਗੰਗਾ ਨਿਕਲਦੀ ਹੈ, ਗੰਗਾ ਵਿੱਚ ਰੋਜ਼ ਇਸ਼ਨਾਨ ਕਰਦਾ ਹੈ। ਪਰ ਭਗਤ त्रिलोचन ਜੀ ਕਹਿ ਰਹੇ ਨੇ ਉਹਦਾ ਕਲੰਕ ਫਿਰ ਵੀ ਨਹੀਂ ਮਿਟਿਆ। ਬ੍ਰਾਹਮਣ ਨੇ ਹੀ ਇੱਕ ਕਹਾਣੀ ਘੜੀ ਹੈ ਕਿ ਗੌਤਮ ਦੀ ਔਰਤ ਬੜੀ ਸੁੰਦਰ ਸੀ, ਉਹਦੇ ਤੇ ਇੰਦਰ ਦੇਵਤਾ ਮੋਹਿਤ ਹੋਇਆ ਤੇ ਉਹਨੇ ਚੰਦਰਮਾ ਦਾ ਸਹਿਯੋਗ ਲਿਆ। ਜਦੋਂ ਮੁਰਗਾ ਬੋਲਦਾ ਸੀ ਤੇ ਗੌਤਮ ਇਸ਼ਨਾਨ ਕਰਨ ਜਾਂਦਾ ਸੀ, ਇਹਨੇ ਚੰਦਰਮਾ ਨੂੰ ਕਿਹਾ ਵੀ ਤੂੰ ਮੁਰਗਾ ਬਣ ਕੇ ਬਾਂਗ ਪਹਿਲਾਂ ਦੇ ਦੇ। ਇਹਨੇ ਮੁਰਗਾ ਬਣ ਕੇ ਬਾਂਗ ਦਿੱਤੀ। ਗੌਤਮ ਜਿਹੜਾ ਸੀ ਉਹ ਇਸ਼ਨਾਨ ਕਰਨ ਚਲਾ ਗਿਆ। ਇੰਦਰ ਨੇ ਗੌਤਮ ਦਾ ਰੂਪ ਧਾਰ ਕੇ ਗੌਤਮ ਦੀ ਔਰਤ ਦੇ ਨਾਲ ਮਾੜਾ ਕੁਕਰਮ ਕੀਤਾ ਤੇ ਉਧਰੋਂ ਜਦੋਂ ਗੌਤਮ ਨੂੰ ਪਤਾ ਲੱਗਿਆ ਤਾਂ ਉਹਨੇ ਨਹਾ ਕੇ ਆਇਆ ਸੀ, ਗਿੱਲਾ ਪਰਨਾ ਮਾਰਿਆ ਤੇ ਉਹ ਇਹਦੇ ਨਿਸ਼ਾਨ ਪੈ ਗਿਆ, ਜਿਹੜਾ ਦਾਗ ਦਿਸਦਾ, ਜਿਹਨੂੰ ਕਈ ਕਹਿੰਦੇ ਬੁੱਢੀ ਚਰਖਾ ਕੱਤਦੀ ਹੈ, ਇਹਨੂੰ ਦਾਗ ਪੈ ਗਿਆ। ਉਹ ਦਾਗ ਇਹਦਾ ਮਿਟਿਆ ਨਹੀਂ ਤੇ ਅਹਿਲਿਆ ਨੂੰ ਜਿਹੜਾ ਸੀ ਉਹ ਸ਼ਰਾਪ ਦੇ ਦਿੱਤਾ ਕਿ ਤੂੰ ਸੇਲ ਹੋ ਜਾ। ਹੁਣ ਭਗਤ त्रिलोचन ਜੀ ਕਹਿੰਦੇ ਨੇ ਕਰਮ ਕਰ ਕਲੰਕ ਮਫੀਟਸ ਰੀ, ਕਿ ਤੁਸੀਂ ਆਪ ਹੀ ਕਹਿ ਰਹੇ ਹੋ ਕਿ ਸ਼ਿਵ ਦੇ ਮਸਤਕ ਤੇ ਵਸਦਾ ਹੈ, ਗੰਗਾ ਵਿੱਚ ਇਸ਼ਨਾਨ ਕਰਦਾ ਹੈ। ਇਹਦੀ ਚੰਦਰ ਕੁਲ ਦੇ ਅੰਦਰ ਕ੍ਰਿਸ਼ਨ ਭਗਵਾਨ ਵੀ ਪੈਦਾ ਹੋਏ, ਲੇਕਿਨ ਕੀਤੇ ਕਰਮ ਕਰਕੇ ਉਹਦਾ ਕਲੰਕ ਨਹੀਂ ਮਿਟਿਆ, ਕਲੰਕ ਉਹਦੇ ਮੱਥੇ ਤੇ ਰਿਹਾ। ਇਹ ਵੀ ਤੁਸੀਂ ਕਹਾਣੀ ਵਿੱਚ ਦੱਸ ਦਿਓ। ਉਸ ਕਹਾਣੀ ਨੂੰ ਉਸੇ ਤਰ੍ਹਾਂ ਲੈ ਲਿਆ। ਇਹ ਨਹੀਂ ਕਿ ਇਹਨੂੰ ਸੱਚ ਮੰਨ ਰਹੇ ਨੇ, ਕਹਾਣੀ ਨੂੰ ਉਸੇ ਤਰ੍ਹਾਂ ਲੈ ਲਿਆ। ਤਾਂ ਇੱਥੇ ਕੀ ਦੱਸਣਾ ਚਾਹੁੰਦੇ ਨੇ ਵੀ ਦੁਕ੍ਰਿਤ ਸੁਕ੍ਰਿਤ ਥਾਰੋ ਕਰਮ ਰੀ, ਵੀ ਤੁਹਾਡਾ ਕੰਮ ਹੈ, ਇਹ ਰੱਬ ਨੇ ਨਹੀਂ ਕਰਾਇਆ ਸਾਰਾ ਕੁਝ। ਤੇ ਜੇ ਗੰਗਾ ਵਿੱਚ ਇਸ਼ਨਾਨ ਕਰਨ ਦੇ ਨਾਲ ਚੰਦਰਮਾ ਦਾ ਕਲੰਕ ਨਹੀਂ ਮਿਟਿਆ ਤੇ ਤੀਰਥਾਂ ਤੇ ਨਹਾ ਕੇ ਤੁਹਾਡੇ ਕਲੰਕ ਕਿਵੇਂ ਮਿਟ ਜਾਣਗੇ? ਤੇ ਜੇ ਸ਼ਿਵ ਦੇ ਮਸਤਕ ਤੇ ਵਸਣ ਕਰਕੇ ਕ੍ਰਿਸ਼ਨ ਉਹਨਾਂ ਦੀ ਕੁਲ ਵਿੱਚ ਵੀ ਜਨਮ ਲਿਆ ਤੇ ਕੀਤੇ ਕਰਮ ਦਾ ਕਲੰਕ ਨਹੀਂ ਮਿਟਿਆ ਤੇ ਤੁਹਾਡੇ ਦੇਵਤੇ ਕਿਵੇਂ ਮਿਟਾ ਦੇਣਗੇ? ਚੰਦਰਮਾ ਦਾ ਆਪਣਾ ਕਲੰਕ ਹੀ ਨਹੀਂ ਮਿਟਿਆ। ਸ਼ਿਵ ਜੀ ਦੇ ਮਸਤਕ ਤੇ ਵਖਦਾ ਹੈ, ਸ਼ਿਵ ਜੀ ਉਹਦਾ ਕਲੰਕ ਨਹੀਂ ਮਿਟਾ ਸਕਿਆ, ਤਾਂ ਤੁਹਾਡੇ ਕਲੰਕ ਕਿਵੇਂ ਮਿਟਾ ਦੇਣਗੇ? ਜ਼ਿੰਮੇਵਾਰੀ ਕਿਹਦੀ ਹੋਈ? ਬੰਦੇ ਦੀ ਹੋਈ ਨਾ। ਇਹਦਾ ਮਤਲਬ ਤੀਰਥਾਂ ਤੇ ਨਾਤਿਆਂ ਕਲੰਕ ਨਹੀਂ ਮਿਟਦੇ, ਦੇਵਤਿਆਂ ਨੂੰ ਪੂਜਣ ਨਾਲ ਕਲੰਕ ਨਹੀਂ ਮਿਟਦੇ। ਇਹ ਸੁੱਖ ਔਰ ਦੁੱਖ ਸਾਡੇ ਆਪਣੇ ਕੀਤੇ ਕਰਮਾਂ ਦਾ ਫਲ ਹੈ। ਕਰਮ ਬਦਲਨੇ ਪੈਣਗੇ ਔਰ ਸਾਨੂੰ ਆਪ ਬਦਲਨੇ ਪੈਣਗੇ ਹਰ ਮਨੁੱਖ ਨੂੰ। ਅਗਲੀ ਗੱਲ ਕਰਦੇ ਨੇ ਵਿਸ਼ਵ ਕਾ ਦੀਪਕ ਸਵਾਮੀ। ਵਿਸ਼ਵ ਕਾ ਦੀਪਕ ਸਵਾਮੀ ਕਿ ਜਿਹੜਾ ਵਿਸ਼ਵ ਦਾ ਦੀਪਕ ਹੈ, ਸਾਰਾ ਜਗਤ। ਵਿਸ਼ਵ ਦਾ ਮਤਲਬ ਸਾਰਾ ਜਗਤ, ਦੀਪਕ ਦਾ ਮਤਲਬ ਦੀਵਾ ਚਾਨਣ ਦੇਣ ਵਾਲਾ, ਸਵਾਰਥੀ ਦਾ ਮਤਲਬ ਸਾਰਥੀ ਰਥਵਾਹੀ ਰਥ ਚਲਾਉਣ ਵਾਲਾ, ਪੰਖੀ ਰਾਏ ਦਾ ਮਤਲਬ ਪੰਛੀਆਂ ਦਾ ਰਾਜਾ ਤੇ ਬਾਂਧਵਾ ਦਾ ਮਤਲਬ ਰਿਸ਼ਤੇਦਾਰ। ਵਿਸ਼ਵ ਕਾ ਦੀਪਕ ਸਵਾਮੀ ਤਾਚੇ ਰੇ ਸਵਾਰਥੀ
ਪੰਖੀ ਰਾਏ ਗਰੁੜ ਤਾਚੀ ਬਾਂਧਵਾ। ਹੁਣ ਇਹ ਇੱਥੇ ਲੈ ਰਹੇ ਨੇ ਕਿ ਅਰੁਣ ਜਿਹੜਾ ਹੈ, ਮਿਸਾਲ ਵੇਖ ਲਓ, ਭਾਵੇਂ ਸਾਰੇ ਜਗਤ ਨੂੰ ਚਾਨਣ ਦੇਣ ਵਾਲਾ ਸੂਰਜ ਹੈ ਨਾ, ਉਹ ਇਸ ਅਰੁਣ ਦਾ ਸੁਆਮੀ ਹੈ ਤੇ ਉਹ ਸੂਰਜ ਦਾ ਰਥਵਾਈ ਹੈ। ਹੁਣ ਆਮ ਕਰਕੇ ਨਾ ਮੰਨਿਆ ਜਾਂਦਾ ਹੈ ਕਿ ਸੂਰਜ ਇੱਕ ਰਥ ਦੇ ਉੱਤੇ ਚੱਲਦਾ ਹੈ ਤੇ ਉਹਦੇ ਰਥ ਨੂੰ ਚਲਾਉਣ ਵਾਲਾ ਜਿਹੜਾ ਰਥਵਾਈ ਹੈ ਨਾ, ਅੱਗੇ ਚਲਾ ਰਿਹਾ ਹੈ ਉਹਦੇ ਘੋੜਿਆਂ ਨੂੰ, ਉਹ ਕੌਣ ਹੈ? ਅਰੁਣ। ਹੁਣ ਅੱਜ ਇਸ ਗੱਲ ਦਾ ਪਤਾ ਲੱਗ ਗਿਆ ਨਾ ਕਿ ਸੂਰਜ ਕੋਈ ਰਥ ਦੇ ਉੱਤੇ ਥੋੜਾ ਬੈਠਾ ਹੈ। ਕਿਹੜਾ ਰਥ ਹੈ ਜਿਹਦਾ ਸੂਰਜ ਦੀ ਗਰਮੀ ਨੂੰ ਚੱਲ ਲਵੇਗਾ? ਲੇਕਿਨ ਇਹ ਕਹਾਣੀ ਹੈ, ਇਹ ਮਿਥਿਹਾਸ ਹੈ। ਤਾਂ ਇੱਥੇ ਭਗਤ ਤ੍ਰਿਲੋਚਨ ਜੀ ਕਹਿ ਰਹੇ ਨੇ ਕਿ ਸਾਰੇ ਸੰਸਾਰ ਨੂੰ ਚਾਨਣ ਦੇਣ ਵਾਲਾ ਹੈ, ਉਹਦਾ ਸੂਰਜ ਦਾ ਰਥਵਾਈ ਹੈ ਅਰੁਣ। ਪੰਖੀ ਰਾਏ ਗਰੁੜ, ਜਿਹੜਾ ਗਰੁੜ ਹੈ ਨਾ, ਸਾਰੇ ਪੰਖੀਆਂ ਦਾ ਰਾਜਾ ਮੰਨਦੇ ਨੇ, ਉਹਦਾ ਭਰਾ ਹੈ, ਰਿਸ਼ਤੇਦਾਰ ਹੈ। ਪਰ ਕਰਮ ਕਰ ਅਰੁਣ ਪਿੰਗੁਲਾਰੀ, ਕਿ ਹੇ ਜਿੰਦੇ, ਆਪਣੇ ਕੀਤੇ ਕਰਮ ਕਰਕੇ ਅਰੁਣ ਜਿਹੜਾ ਹੈ ਉਹ ਪਿੰਗਲਾ ਹੈ। ਇਹ ਜਮਾਂਦਰੂ ਹੀ ਪਿੰਗਲਾ ਸੀ। ਇਹਦੇ ਨਾਲ ਇੱਕ ਕਹਾਣੀ ਜੁੜੀ ਹੋਈ ਹੈ ਕਿ ਅਰੁਣ ਜਿਹੜਾ ਹੈ ਬਚਪਨ ਦੇ ਅੰਦਰ, ਜਿਵੇਂ ਆ ਨਿਆਣੇ ਨਹੀਂ ਖੇਲਦੇ ਇੰਡੀਆ ਵਿੱਚ, ਇਹਨੇ ਇੱਕ ਬੀਂਡਾ ਫੜਿਆ ਤੇ ਬੀਂਡੇ ਦੀਆਂ ਦੋਵੇਂ ਲੱਤਾਂ ਤੋੜੀਆਂ ਤੇ ਉਹਦੇ ਢਿੱਡ ਦੇ ਵਿੱਚ ਸੂਲ ਮਾਰ ਕੇ ਤੇ ਉਹਨੂੰ ਘੁਮਾਇਆ। ਜਿਵੇਂ ਅਸੀਂ ਦੇਖਿਆ ਹੈ ਕਈ ਨਿਆਣੇ ਨਾ ਬੀਂਡਿਆਂ ਦੇ ਵਿੱਚ ਸੂਲ ਪਾ ਦਿੰਦੇ ਸਨ ਤੇ ਉਹ ਵਿਚਾਰੇ ਫਿਰ ਘੁੰਮਦੇ ਸਨ, ਉੱਡਦੇ ਸਨ ਤੇ ਬੱਚੇ ਨਿਆਣੇ ਹੱਸਦੇ ਖੇਲਦੇ ਸਨ। ਕਿਉਂਕਿ ਬੱਚੇ ਨੂੰ ਪਤਾ ਨਹੀਂ। ਤਾਂ ਹੁਣ ਇੱਥੇ ਕਹਾਣੀ ਜੋੜੀ ਹੈ ਕਿ ਅਰੁਣ ਨੇ ਇਹ ਪਿਛਲੇ ਜਨਮ ਦੇ ਅੰਦਰ ਇੱਕ ਬੀਂਡੇ ਦੀਆਂ ਲੱਤਾਂ ਤੋੜੀਆਂ ਸਨ, ਉਹਨੂੰ ਸੂਲ ਪਾ ਕੇ ਘੁਮਾਇਆ ਸੀ, ਉਹਦੇ ਕਰਕੇ ਫਿਰ ਅਗਲੇ ਜਨਮ ਦੇ ਅੰਦਰ ਉਹ ਪਿੰਗਲਾ ਹੋ ਗਿਆ। ਤੇ ਹੁਣ ਭਗਤ ਤ੍ਰਿਲੋਚਨ ਜੀ ਕਹਿੰਦੇ ਨੇ, ਦੇਖੋ ਨਾਲੇ ਤੁਸੀਂ ਕਹਿੰਦੇ ਹੋ ਕਿ ਉਹ ਸੂਰਜ ਦਾ ਰਥਵਾਈ ਹੈ, ਸੂਰਜ ਸਾਰੇ ਸੰਸਾਰ ਨੂੰ ਚਾਨਣ ਦੇਣ ਵਾਲਾ ਹੈ। ਜਿਹੜਾ ਪੰਖੀ ਹੈ ਗਰੁੜ, ਇਹ ਵਿਸ਼ਨੂੰ ਦੀ ਸਵਾਰੀ ਮੰਨੀ ਗਈ, ਉਹ ਉਹਦਾ ਭਰਾ ਹੈ ਤੇ ਆਪਣੇ ਕੀਤੇ ਕਰਮ ਕਰਕੇ ਉਹ ਪਿੰਗਲਾ ਹੀ ਰਿਹਾ। ਇਹ ਵੀ ਤੁਸੀਂ ਕਹਿ ਰਹੇ ਹੋ। ਇਹਦਾ ਮਤਲਬ ਸੂਰਜ ਵੀ, ਗਰੁੜ ਵੀ ਉਹਦੇ ਇਸ ਪਾਪ ਕਰਮ ਨੂੰ ਨਹੀਂ ਮਿਟਾ ਸਕੇ। ਤੇ ਜੇ ਤੁਸੀਂ ਸੂਰਜ ਦੇਵਤੇ ਦੀ ਪੂਜਾ ਕਰੋਗੇ ਤੇ ਕੀ ਤੁਹਾਡੇ ਮਿਟਾ ਦੇਗਾ? ਉਹਦਾ ਤੇ ਰਥਵਾਈ ਹੈ ਉਹ। ਤਾਂ ਇੱਥੇ ਇਹ ਦੱਸਿਆ ਜਾ ਰਿਹਾ ਹੈ, ਇਹ ਕਹਾਣੀ ਨੂੰ ਸੱਚ ਨਾ ਮੰਨ ਲੈਣਾ। ਇਹਦੇ ਪਿੱਛੇ ਭਾਵਨਾ ਇਹ ਹੈ ਕਿ ਕੋਈ ਚੰਦਰਮਾ, ਕੋਈ ਸੂਰਜ, ਕੋਈ ਦੇਵਤਾ ਤੁਹਾਨੂੰ ਸੁੱਖ ਨਹੀਂ ਦੇ ਸਕਦਾ, ਤੁਹਾਡੇ ਕਰਮਾਂ ਦੇ ਨੂੰ ਚੇਂਜ ਨਹੀਂ ਕਰ ਸਕਦਾ। ਜੇ ਮਾੜੇ ਕਰਮ ਕਰੋਗੇ ਤੇ ਆਪਣੇ ਕੀਤੇ ਮਾੜੇ ਕਰਮ ਦਾ ਆਪ ਫਲ ਹਰ ਬੰਦੇ ਨੂੰ ਇਸ ਜਨਮ ਵਿੱਚ ਭੁਗਤਣਾ ਪਵੇਗਾ। ਦੇਵਤਿਆਂ ਦੀ ਪੂਜਾ ਕਰਨ ਨਾਲ ਤੁਹਾਨੂੰ ਸੁੱਖ ਨਹੀਂ ਮਿਲਣ ਲੱਗਾ। ਕਰਮ ਮਾੜੇ ਕਰੀ ਜਾਓ, ਇਹ ਸੂਰਜ ਚੰਦਰਮਾ ਦੀ ਪੂਜਾ ਕਰੀ ਜਾਓ, ਐਵੇਂ ਨਹੀਂ ਹੋਣ ਲੱਗਾ। ਅਨਿਕ ਪਾਤਿਕ ਹਰਤਾ ਤ੍ਰਿਪਨਾਥ, ਤੀਰਥ ਤੀਰਥ ਭ੍ਰਮਤਾ ਲਹਿ ਨਾ ਪਾਰ। ਅਨਿਕ ਪਾਤਿਕ ਦਾ ਮਤਲਬ ਅਨੇਕਾਂ ਪਾਪ, ਹਰਤਾ ਦਾ ਮਤਲਬ ਹਰਨ ਵਾਲਾ, ਨਾਸ਼ ਕਰਨ ਵਾਲਾ, ਨਾਥ ਦਾ ਮਤਲਬ ਖਸਮ, ਤ੍ਰਿਪਵਨ ਨਾਥ ਦਾ ਮਤਲਬ ਤਿੰਨਾਂ ਲੋਕਾਂ ਦਾ ਮਾਲਕ, ਤੀਰਥ ਤੀਰਥ ਭ੍ਰਮਤਾ ਦਾ ਮਤਲਬ ਤੀਰਥਾਂ ਦੇ ਉੱਤੇ ਭਟਕਦਾ, ਲਹਿ ਨਾ ਪਾਰ ਦਾ ਮਤਲਬ ਪਾਰਲਾ ਬੰਨਾ ਨਹੀਂ ਲੱਭਦਾ, ਕਰਮ ਕਰ ਕਪਾਲ ਮਫੀਤ ਸ੍ਰੀ। ਕਪਾਲ ਦਾ ਮਤਲਬ ਖੋਪਰੀ, ਮਫੀਟਸ ਦਾ ਮਤਲਬ ਨਾ ਉਤਰੀ। ਹੁਣ ਇੱਥੇ ਇੱਕ ਕਹਾਣੀ ਹਿੰਦੂ ਸ਼ਾਸਤਰਾਂ ਦੇ ਵਿੱਚ ਲਿਖੀ ਮਿਲਦੀ ਹੈ ਕਿ ਜੋ ਬ੍ਰਹਮਾ ਹੈ ਉਹ ਆਪਣੀ ਬੇਟੀ ਸਰਸਵਤੀ ਦੇ ਉੱਤੇ ਮੋਹਿਤ ਹੋ ਗਿਆ। ਸਰਸਵਤੀ ਸੁੰਦਰ ਬੜੀ ਸੀ, ਸੁੰਦਰ ਬੱਚੀ ਨੂੰ ਵੇਖ ਕੇ ਇਹਦਾ ਮਨ ਵਿਚਲਿਤ ਹੋ ਗਿਆ ਤੇ ਇਹਨੇ ਕਾਮੁਕ ਨਜ਼ਰਾਂ ਦੇ ਨਾਲ ਸਰਸਵਤੀ ਵੱਲ ਤੱਕਿਆ। ਤੇ ਕਹਾਣੀ ਲਿਖਣ ਵਾਲਾ ਲਿਖਦਾ ਹੈ ਕਿ ਸਰਸਵਤੀ ਜਿਹੜੀ ਸੀ ਉਹ ਸਾਈਡ ਤੇ ਹੋ ਗਈ, ਸੱਜੇ ਪਾਸੇ, ਤੇ ਬ੍ਰਹਮਾ ਨੇ ਸੱਜੇ ਪਾਸੇ ਆਪਣਾ ਇੱਕ ਸਿਰ ਪੈਦਾ ਕਰ ਲਿਆ, ਉਧਰ ਵੇਖਣ ਲੱਗ ਗਿਆ। ਉਹ ਪਿਛਲੇ ਪਾਸੇ ਚਲੀ ਗਈ, ਬ੍ਰਹਮਾ ਨੇ ਪਿਛਲੇ ਪਾਸੇ ਇੱਕ ਸਿਰ ਪੈਦਾ ਕਰ ਲਿਆ। ਉਹ ਖੱਬੇ ਪਾਸੇ ਆ ਗਈ, ਉਹਨੇ ਚੌਥਾ ਸਿਰ ਖੱਬੇ ਪਾਸੇ ਪੈਦਾ ਕਰ ਲਿਆ। ਕਹਾਣੀਕਾਰ ਲਿਖਦਾ ਹੈ ਕਿ ਇਹ ਆਕਾਸ਼ ਵਿੱਚ ਉੱਡੀ ਤੇ ਬ੍ਰਹਮਾ ਨੇ ਪੰਜਵਾਂ ਸਿਰ ਆਕਾਸ਼ ਪੈਦਾ ਕਰ ਲਿਆ। ਇਹਨੇ ਸ਼ਿਵ ਅੱਗੇ ਪੁਕਾਰ ਕੀਤੀ, ਸ਼ਿਵ ਪ੍ਰਗਟ ਹੋਇਆ ਤੇ ਇਹਨੇ ਹੱਥ ਦੀ ਤਲੀ ਮਾਰ ਕੇ ਤੇ ਇਹਦਾ ਪੰਜਵਾਂ ਸਿਰ ਜਿਹੜਾ ਹੈ ਨਾ ਲਾ ਦਿੱਤਾ, ਸਿਰ ਵੱਢ ਦਿੱਤਾ ਪੰਜਵਾਂ।
ਤੇ ਜਦੋਂ ਸਿਰ ਵੱਢਿਆ ਤੇ ਉਹ ਸਿਰ ਜਿਹੜਾ ਸੀ ਉਹ ਤਲੀ ਦੇ ਨਾਲ ਚੰਬੜ ਗਿਆ। ਕਪਾਲ ਦਾ ਮਤਲਬ ਕਪਾਲੀ ਉਹਦੀ ਸ਼ਿਵ ਜੀ ਦੀ ਤਲੀ ਦੇ ਨਾਲ ਚੰਬੜ ਗਈ। ਹੁਣ ਆਕਾਸ਼ਵਾਣੀ ਹੋਈ ਕਿ ਇਹ ਤੀਰਥਾਂ ਦੇ ਉੱਤੇ ਜਾ ਕੇ ਲੱਥੇਗੀ, ਤਾਂ ਉਹ ਤੀਰਥਾਂ ਦੇ ਉੱਤੇ ਭੌਂਦਾ ਫਿਰਿਆ, ਲੇਕਿਨ ਉਹ ਜਿਹੜੀ ਹੈ ਕਪਾਲੀ ਲੱਥੀ ਨਾ। ਤੇ ਫਿਰ ਕਹਿੰਦੇ ਨੇ ਆ ਜੋ ਜਮਨਾ ਨਗਰ ਦੇ ਕੋਲ ਨਾ ਜਗਾਦਰੀ ਤੋਂ ਅੱਗੇ ਜਾਈਏ ਕਪਾਲ ਮੋਚਨ ਤੀਰਥ, ਕਹਿੰਦੇ ਨੇ ਉੱਥੇ ਜਾ ਕੇ ਉਹ ਕਪਾਲੀ ਲੱਥੀ। ਤਾਂ ਹੁਣ ਇੱਥੇ ਕੀ ਕਿਹਾ ਜਾ ਰਿਹਾ ਹੈ ਕਿ ਤੁਸੀਂ ਕਹਿੰਦੇ ਹੋ ਅਨੇਕ ਪਾਤਿਕ ਹਰਤਾ ਤ੍ਰਿਪਵਨ ਨਾਥਰੀ, ਕਿ ਜੋ ਸ਼ਿਵ ਹੈ ਉਹ ਅਨੇਕਾਂ ਪਾਪਾਂ ਨੂੰ ਦੂਰ ਕਰਨ ਵਾਲਾ ਹੈ, ਅਨੇਕਾਂ ਪਾਪਾਂ ਨੂੰ ਦੂਰ ਕਰਨ ਵਾਲਾ ਹੈ। ਤ੍ਰਿਪਵਨ ਨਾਥਰੀ ਤਿੰਨਾਂ ਭਵਨਾਂ ਦਾ ਮਾਲਕ ਹੈ। ਪਰ ਆਪਣੇ ਕੀਤੇ ਕਰਮ ਕਰਕੇ ਤੁਸੀਂ ਇਹ ਵੀ ਨਾਲ ਕਹਿ ਰਹੇ ਹੋ ਕਿ ਉਹ ਕਪਾਲੀ ਨਾਲ ਜੁੜ ਗਈ ਤੇ ਉਹ ਤੀਰਥਾਂ ਦੇ ਉੱਤੇ ਭਰਮਦਾ ਰਿਹਾ, ਕਰਮ ਦਾ ਫਲ ਉਹਨੂੰ ਭੁਗਤਣਾ ਪਿਆ। ਤਾਂ ਭਗਤ ਤ੍ਰਿਲੋਚਨ ਜੀ ਸਮਝਾਉਣਾ ਚਾਹੁੰਦੇ ਨੇ ਕਿ ਜੇ ਉਹ ਆਪਣੇ ਇਸ ਕਰਮ ਦਾ ਫਲ ਹੀ ਨਹੀਂ ਮਿਟਾ ਸਕਿਆ ਤੇ ਤੁਹਾਡੇ ਪਾਪ ਕਿਵੇਂ ਖਤਮ ਕਰ ਦੇਵੇਗਾ? ਜੇ ਤੁਸੀਂ ਸ਼ਿਵ ਦੀ ਪੂਜਾ ਕਰੋਗੇ ਤਾਂ ਕੀ ਤੁਹਾਡੇ ਪਾਪ ਖਤਮ ਕਰ ਦੇਵੇਗਾ? ਰਿਸ਼ਵਤ ਦੇ ਦਿਓ ਕਿਸੇ ਦੇਵਤੇ ਨੂੰ ਕਿ ਮੈਂ 2-4 ਕਤਲ ਕੀਤੇ ਨੇ ਤੇ ਮੈਂ ਜੇਲ੍ਹ ਵਿੱਚ ਨਾ ਜਾਵਾਂ, ਜਾਂ ਮੈਂ ਠੱਗੀਆਂ ਮਾਰਨਾ, ਜਾਂ ਮੈਂ ਵਿਕਾਰ ਕਮਾਨਾ ਤੇ ਮੇਰੇ ਅੰਦਰ ਸ਼ਾਂਤੀ ਬਣੀ ਰਹੇ, ਮੈਂ ਸਿਰਫ ਧੂਫ ਦਿਖਾ ਦਿਆਂਗਾ। ਤੁਹਾਡੇ ਅੱਗੇ ਕੀ ਕੋਈ ਦੇਵਤਾ ਐਵੇਂ ਕਰ ਲੇਗਾ? ਨਹੀਂ ਕਰ ਲੇਗਾ। ਭਗਤ ਤ੍ਰਿਲੋਚਨ ਜੀ ਸਮਝਾਉਣਾ ਚਾਹ ਰਹੇ ਨੇ ਕਿ ਪਿਆਰੇ ਹੋ, ਆਪ ਹੀ ਤੁਸੀਂ ਕਹਿੰਦੇ ਹੋ ਕਿ ਸ਼ਿਵ ਜਿਹੜਾ ਹੈ ਉਹ ਸਾਰੇ ਦੁਨੀਆ ਦਾ ਮਾਲਕ ਹੈ, ਪਾਪਾਂ ਨੂੰ ਹਰਨ ਵਾਲਾ ਹੈ, ਤੇ ਆਪ ਹੀ ਤੁਸੀਂ ਕਹਿ ਰਹੇ ਹੋ ਕਿ ਉਹਦੀ ਕਪਾਲੀ ਨਹੀਂ ਸੀ ਲੱਥਦੀ, ਉਹਨੂੰ ਕਰਮ ਦਾ ਫਲ ਮਿਲਿਆ, ਤਾਂ ਤੁਹਾਡੇ ਕਿਵੇਂ ਦੂਰ ਕਰ ਲਵੇਗਾ? ਅਗਲਾ ਵਚਨ ਕਰਦੇ ਨੇ, ਅੰਮ੍ਰਿਤ ਸੱਸੀ ਧੇਨ ਲక్ష్ਮੀ ਕਲਪ ਤਰ ਸਿਖਰ ਸੁਨਾਗਰ ਨਦੀ ਚੇ ਨਾਥ। ਹੁਣ ਇੱਥੇ ਇੱਕ ਕਹਾਣੀ ਜੋੜੀ ਹੈ ਕਿ ਦੇਵਤਿਆਂ ਔਰ ਦੈਂਤਾਂ ਨੇ ਮਿਲ ਕੇ ਸਮੁੰਦਰ ਰਿੜਕਿਆ, ਸ਼ੇਸ਼ਨਾਗ ਦੀ ਉਹਨਾਂ ਨੇ ਨਿਆਣਾ ਬਣਾ ਲਿਆ, ਤੇ ਜਿਹੜਾ ਹਿਮਾਲੇ ਪਰਵਤ ਹੈ ਉਹਦੀ ਉਹਨਾਂ ਨੇ ਮਧਾਣੀ ਬਣਾ ਲਈ। ਇੱਕ ਪਾਸੇ ਦੇਵਤੇ ਲੱਗੇ, ਇੱਕ ਪਾਸੇ ਰਾਖਸ਼, ਤੇ ਦੇਵਤੇ ਹਮੇਸ਼ਾ ਹੀ ਚਲਾਕ ਰਹੇ, ਉਹਨਾਂ ਨੇ ਪੂਛ ਆਪ ਫੜੀ ਤੇ ਜਿਹੜਾ ਫਨ ਵਾਲਾ ਪਾਸਾ ਸੀ ਰਾਖਸ਼ਾਂ ਨੂੰ ਫੜਾ ਦਿੱਤਾ। ਤੇ ਜਦੋਂ ਸਮੁੰਦਰ ਨੂੰ ਰਿੜਕਿਆ ਤੇ ਉਹਦੇ ਵਿੱਚੋਂ 14 ਰਤਨ ਨਿਕਲੇ। ਉਹਦੇ ਵਿੱਚੋਂ ਕੀ ਨਿਕਲਿਆ? ਅੰਮ੍ਰਿਤ ਸਸੀ, ਚੰਦਰਮਾ ਵੀ ਕਹਿੰਦੇ ਨੇ ਸੂਰਜ, ਸਮੁੰਦਰ ਰਿੜਕਿਆ ਤੇ ਚੰਦਰਮਾ ਵੀ ਸਮੁੰਦਰ ਚੋਂ ਨਿਕਲਿਆ। ਹੁਣ ਇਹ ਮਿਥਿਹਾਸ ਹੈ, ਇਸ ਚੀਜ਼ ਨੂੰ ਧਿਆਨ ਵਿੱਚ ਰੱਖਣਾ। ਚੰਦਰਮਾ ਜਿਹੜਾ ਹੈ ਸਮੁੰਦਰ ਚੋਂ ਨਹੀਂ ਨਿਕਲਿਆ, ਲੇਕਿਨ ਉਹ ਕਹਾਣੀ ਵਾਲਾ ਮੰਨਦਾ ਹੈ। ਕਾਮ ਧੇਨ, ਧੇਨ ਜਿਹੜੀ ਧੇਨ ਦਾ ਮਤਲਬ ਕਾਮ ਧੇਨ ਗਊ ਸਮੁੰਦਰ ਤੋਂ ਨਿਕਲੀ, ਲక్ష్ਮੀ ਨਿਕਲੀ। ਕਲਪਤਰ ਦਾ ਮਤਲਬ ਕਲਪ ਵ੍ਰਿਕਸ਼, ਜਿਹਦੇ ਥੱਲੇ ਬਹਿ ਕੇ ਜੋ ਵੀ ਮੰਗੋ ਤੇ ਮਿਲ ਜਾਂਦਾ ਹੈ। ਤੇ ਸਿਖਰ ਸੁਨਾਗਰ ਨਦੀ ਚ ਨਾਥਨ, ਸਿਖਰ ਮਤਲਬ ਘੋੜਾ ਜਿਹੜਾ ਹੈ ਲੰਮੇ ਕੰਨਾਂ ਵਾਲਾ ਘੋੜਾ, ਜਿਹਦੇ 7 ਮੂੰਹ ਮੰਨੇ ਗਏ ਨੇ, ਇਹ ਸਮੁੰਦਰ ਦੇ ਵਿੱਚੋਂ ਨਿਕਲਿਆ। ਤੇ ਨਦੀ ਚ ਦਾ ਮਤਲਬ ਨਦੀਆਂ ਦਾ, ਸੁਨਾਗਰ ਦਾ ਮਤਲਬ ਬੜਾ ਸਿਆਣਾ, ਧਨਵੰਤਰ, ਵੈਦ, ਇਹ ਵੀ ਸਮੁੰਦਰ ਦੇ ਵਿੱਚੋਂ ਨਿਕਲਿਆ। ਪਰ ਕਰਮ ਕਰ ਖਾਰ ਮਫੀ ਤਸਰੀ, ਪਰ ਆਪਣੇ ਕੀਤੇ ਕਰਮ ਕਰਕੇ ਸਮੁੰਦਰ ਦੀ ਜਿਹੜੀ ਹੈ ਨਾ ਖਾਰਾਪਨ ਨਾ ਮਿਟਿਆ। ਹੁਣ ਇੱਥੇ ਇੱਕ ਕਹਾਣੀ ਜੋੜੀ ਹੈ ਕਿ ਅਗਸਤ ਮੁਨੀ ਨੇ ਬ੍ਰਹਮ ਭੋਜ ਦਿੱਤਾ, ਬ੍ਰਹਮ ਭੋਜ ਕੀਤਾ, ਜਿਹਦੇ ਵਿੱਚ ਦੇਵੀਆਂ ਦੇਵਤੇ ਜਾਂ ਹੋਰ ਬਹੁਤ ਸਾਰੇ ਲੋਕਾਂ ਨੂੰ ਬੁਲਾਇਆ ਗਿਆ, ਤੇ ਸਮੁੰਦਰ ਨੂੰ ਵੀ ਬੁਲਾਇਆ ਕਿ ਤੂੰ ਹੀ ਬ੍ਰਹਮ ਭੋਜ ਦੇ ਵਿੱਚ ਆਉਣਾ ਹੈ। ਪਰ ਸਮੁੰਦਰ ਨੇ ਅਗਸਤ ਮੁਨੀ ਦੇ ਬ੍ਰਹਮ ਭੋਜ ਉੱਤੇ ਜਾਣ ਤੋਂ ਇਨਕਾਰ ਕਰ ਦਿੱਤਾ। ਬ੍ਰਹਮ ਭੋਜ ਵਿੱਚ ਲੰਗਰ ਪ੍ਰਸ਼ਾਦਾ ਛਕਣ ਵਾਸਤੇ ਸਮੁੰਦਰ ਨਹੀਂ ਗਿਆ। ਅਗਸਤ ਮੁਨੀ ਨੂੰ ਗੁੱਸਾ ਆਇਆ ਤੇ ਉਹ ਸਾਰਾ ਸਮੁੰਦਰ ਪੀ ਗਿਆ। ਜਦੋਂ ਸਾਰਾ ਸਮੁੰਦਰ ਪੀ ਗਿਆ ਤੇ ਜਿਹੜੇ ਜੀਵ ਜੰਤ ਨੇ ਉਹ ਤੜਫ ਕੇ ਮਰਨ ਲੱਗੇ, ਤੇ ਦੇਵਤਿਆਂ ਨੇ ਫਿਰ ਬੇਨਤੀ ਕੀਤੀ ਕਿ ਸਾਰੇ ਮਰ ਜਾਣਗੇ ਤੇ ਰਿਸ਼ੀ ਜੀ ਕਿਰਪਾ ਕਰੋ। ਫਿਰ ਅਗਸਤ ਮੁਨੀ ਨੇ ਪਿਸ਼ਾਬ ਕੀਤਾ ਤੇ ਸਾਰਾ ਸਮੁੰਦਰ ਜਿਹੜਾ ਹੈ ਪਿਸ਼ਾਬ ਰਾਹੀਂ ਕੱਢਿਆ ਤਾਂ ਖਾ ਰਿਹਾ ਹੈ। ਇਹ ਕਹਾਣੀ ਵਾਲਾ ਮੰਨ ਰਿਹਾ ਹੈ। ਦੇਖੋ, ਕਹਾਣੀ ਵਾਲਾ ਕਹਿ ਰਿਹਾ। ਹੁਣ ਜੇ ਅਸੀਂ ਇਸ ਚੀਜ਼ ਨੂੰ ਸੋਚੀਏ ਵੀ ਸਮੁੰਦਰ ਵੀ ਕਦੇ ਲੰਗਰ ਪਾਣੀ ਛਕਣ ਜਾਂਦਾ ਕਿਸ ਦੇ ਘਰ, ਤੇ ਜੇ ਚਲਾ ਜਾਂਦਾ ਤਾਂ ਉੱਥੇ ਬਣਦਾ ਕੀ? ਇੱਕ ਕਹਾਣੀ ਹੈ, ਇਹ ਮਿਥਿਹਾਸ ਹੈ। ਤਾਂ ਹੁਣ ਭਗਤ
ਤਰਲੋਚਨ ਜੀ ਇਹ ਸਮਝਾਉਣਾ ਚਾਹੁੰਦੇ ਨੇ ਵੀ ਜਿਹਦੇ ਵਿੱਚੋਂ 14 ਰਤਨ ਨਿਕਲੇ, ਅੰਮ੍ਰਿਤ ਵੀ ਨਿਕਲਿਆ, ਕਾਮ ਤੇਨ ਗਊ ਵੀ ਨਿਕਲੀ, ਘੋੜਾ ਵੀ ਨਿਕਲਿਆ, ਹੋਰ ਵੀ ਸਾਰਾ ਇੰਨਾ ਕੁਛ ਨਿਕਲਿਆ, ਤੇ ਉਹ ਆਪਣੇ ਕੀਤੇ ਕਰਮ ਕਰਕੇ ਖਾਰਾ ਹੈ। ਤਾਂ ਜੇ ਤੁਸੀਂ ਸਮੁੰਦਰ ਦੀ ਪੂਜਾ ਕਰੋਗੇ ਵਰਨ ਦੇਵਤੇ ਦੀ, ਕੀ ਉਹ ਤੁਹਾਡੇ ਕਰਮ ਮਿਟਾ ਦੇਵੇਗਾ, ਤੁਹਾਨੂੰ ਸੁਖੀ ਕਰ ਦੇਵੇਗਾ? ਕੰਮ ਤੁਸੀਂ ਭੈੜੇ ਕਰੋ ਤੇ ਸਮੁੰਦਰ ਦੀ ਪੂਜਾ ਕਰੀ ਜਾਓ, ਜਲ ਦੀ ਪੂਜਾ ਕਰੀ ਜਾਓ, ਚੰਦਰਮਾ ਦੀ ਪੂਜਾ ਕਰੀ ਜਾਓ, ਲక్ష్ਮੀ ਦੀ ਪੂਜਾ ਕਰੀ ਜਾਓ। ਜਿਸ ਸਮੁੰਦਰ ਦੇ ਵਿੱਚੋਂ ਕਾਮਧੇਨ ਗਊ ਨਿਕਲੀ, ਕੀ ਉਹ ਕਾਮਧੇਨ ਗਊ ਤੁਹਾਡੇ ਦੁੱਖਾਂ ਨੂੰ ਮਿਟਾ ਦੇਵੇ? ਇਸ ਲਈ ਆਪਣੇ ਕੀਤੇ ਹੋਏ ਮਾੜੇ ਕਰਮ ਦਾ ਫਲ ਤੁਹਾਨੂੰ ਐਸੇ ਜਨਮ ਦੇ ਅੰਦਰ ਦੁੱਖ ਦੇ ਰੂਪ ਵਿੱਚ ਭੁਗਤਣਾ ਪਵੇਗਾ, ਕਿਸੇ ਤੇ ਦੋਸ਼ ਨਹੀਂ ਦੇ ਸਕਦੇ। ਨਾਰਾਇਣ ਨਿੰਦਸ ਕਾਇ ਭੁੱਲੀ ਗਵਾਰੀ, ਕਿ ਇਹ ਮੇਰੀ ਭੁੱਲੀ ਜਿੰਦੇ ਰੱਬ ਦੇ ਉੱਤੇ ਕਿਉਂ ਦੋਸ਼ ਦਿੰਦੀ ਹੈ ਕਿ ਰੱਬ ਨੇ ਮੇਰੀ ਕਿਸਮਤ ਮਾੜੀ ਲਿਖੀ ਹੈ। ਇਹ ਤੇਰੇ ਆਪਣੇ ਕੰਮ ਨੇ। ਸੁੱਖ ਔਰ ਦੁੱਖ ਸਾਡੇ ਆਪਣੇ ਕੰਮਾਂ ਦਾ ਰਿਜ਼ਲਟ ਹੈ। ਰੱਬ ਕਿਸੇ ਦੀ ਕਿਸਮਤ ਨਹੀਂ ਲਿਖਦਾ, ਕਿਸੇ ਦੀ ਮਾੜੀ ਔਰ ਕਿਸੇ ਦੀ ਚੰਗੀ, ਨਾ, ਤੇਰੇ ਆਪਣੇ ਕਰਮ ਨੇ। ਹੁਣ ਅਗਲਾ ਬਚਨ ਜਿਹੜਾ ਹੈ ਉਹ ਕਰ ਰਹੇ ਨੇ ਸ਼ਬਦ ਦੇ ਅੰਦਰ, ਦਾਧੀ ਲੈ ਲੰਕਾਗੜ ਉਪਾੜੀ ਲੈ ਰਾਵਣ ਬਣ, ਸਲ ਬਿਸਲ ਆਨ ਤੂੰ ਖਿਲੇ ਹਰੀ। ਦਾਧੀ ਲੈ ਦਾ ਮਤਲਬ ਸਾੜ ਦਿੱਤਾ, ਉਪਾੜੀ ਲੈ ਦਾ ਮਤਲਬ ਪੁੱਟ ਦਿੱਤਾ, ਬਣ ਦਾ ਮਤਲਬ ਬਾਗ, ਸਲ ਬਿਸਲ ਦਾ ਮਤਲਬ ਸਲ ਬਿਸਲ ਪੀੜ ਨੂੰ ਦੂਰ ਕਰਨ ਵਾਲੀ ਸੰਜੀਵਨੀ ਬੂਟੀ, ਆਨ ਮਤਲਬ ਲਿਆ ਕੇ, ਤੋਖੀਲੇ ਦਾ ਮਤਲਬ ਖੁਸ਼ ਕੀਤਾ। ਕਿ ਜਿਸ ਹਨੂਮਾਨ ਨੇ ਰਾਵਣ ਦੀ ਲੰਕਾ ਨੂੰ ਸਾੜ ਦਿੱਤਾ, ਰਾਵਣ ਦੇ ਬਾਗ ਨੂੰ ਪੁੱਟ ਦਿੱਤਾ, ਤੇ ਰਾਮਚੰਦਰ ਜੀ ਨੂੰ ਬੂਟੀ ਲਿਆ ਕੇ ਦਿੱਤੀ ਔਰ ਰਾਮਚੰਦਰ ਜੀ ਨੂੰ ਖੁਸ਼ ਕੀਤਾ, ਪਰ ਕਰਮ ਕਰ ਕਛੋਟੀ ਮੁਫੀਤਸਰੀ, ਪਰ ਹੇ ਘਰ ਗਏ ਹਨ, ਹੇ ਮੇਰੀ ਜਿੰਦੇ, ਆਪਣੇ ਕੀਤੇ ਕਰਮਾਂ ਦੇ ਅਧੀਨ ਹਨੂਮਾਨ ਦੇ ਭਾਗਾਂ ਵਿੱਚ ਨਿੱਕੀ ਦੀ ਕੱਛ ਰਹੀ, ਉਹ ਕੱਛਾ ਹੀ ਪਾ ਸਕਿਆ, ਹੋਰ ਕੁਛ ਨਹੀਂ ਪਾ ਸਕਿਆ। ਹੁਣ ਹਨੂਮਾਨ ਦੇ ਨਾਲ ਵੀ ਕਹਾਣੀ ਜੋੜੀ ਹੈ ਬ੍ਰਾਹਮਣ ਨੇ। ਦੇਖੋ, ਇੱਕ ਪਾਸੇ ਤਾਂ ਦੇਵਤਾ ਪੇਸ਼ ਕੀਤਾ ਹੈ, ਦੂਜੇ ਪਾਸੇ ਕਹਾਣੀਆਂ ਕੈਸੀਆਂ ਜੋੜੀਆਂ ਨੇ। ਹਨੂਮਾਨ ਪ੍ਰਥਾਏ ਕਹਾਣੀ ਜੋੜੀ ਹੈ ਕਿ ਪਿਛਲੇ ਜਨਮ ਦੇ ਅੰਦਰ ਇਹ ਡਾਕੂ ਸੀ, ਰਾਹ ਦੇ ਵਿੱਚ ਤੇ ਕੋਈ ਸਾਧੂ ਜਾ ਰਹੇ ਸਨ। ਇਹਨੇ ਸਮਝਿਆ ਵੀ ਕੁਝ ਅਮੀਰ ਲੋਕ ਹੋਣਗੇ, ਇਹਨੇ ਆਖਿਆ ਵੀ ਜੋ ਕੁਛ ਹੈ ਕੱਢ ਦਿਓ। ਕਹਿਣ ਲੱਗੇ ਅਸੀਂ ਤੇ ਸਾਧੂ ਹਾਂ, ਸਾਡੇ ਕੋਲ ਕੁਛ ਨਹੀਂ, ਸਾਡੇ ਕੋਲ ਤੇ ਕੱਪੜੇ ਹੀ ਨੇ। ਕਹਿਣ ਲੱਗਾ ਫਿਰ ਕੱਪੜੇ ਲਾ ਦਿਓ। ਸਿਰਫ ਲੰਗੋਟੀਆਂ ਉਹਨਾਂ ਕੋਲ ਰਹਿ ਗਈਆਂ, ਜਾਂ ਉਹਨਾਂ ਦੇ ਕਛਹਿਰੇ ਕੱਛੇ ਰਹਿ ਗਏ, ਜੋ ਵੀ ਉਹਨਾਂ ਨੇ ਪਾਏ ਸਨ ਉਸ ਟਾਈਮ ਕੱਛੇ ਰਹਿ ਗਏ। ਇਹਨੇ ਸਾਰਾ ਕੁਛ ਲਵਾ ਲਿਆ ਤੇ ਆਖਿਰ ਉਹਨਾਂ ਨੇ ਸਰਾਫ ਦਿੱਤਾ ਕਿ ਅੱਜ ਸਾਨੂੰ ਕੱਛਿਆਂ ਵਿੱਚ ਭੇਜਣਾ, ਤੂੰ ਵੀ ਕੱਛੇ ਵਿੱਚ ਹੀ ਰਵੇਂਗਾ। ਤਾਂ ਕਹਾਣੀ ਵਾਲਾ ਲਿਖਦਾ ਵੀ ਜਦੋਂ ਹਨੂਮਾਨ ਕੋਈ ਕੱਪੜਾ ਪਾਉਂਦਾ ਸੀ ਤਾਂ ਉਹਦਾ ਪਿੰਡਾ ਸੜਨ ਲੱਗ ਜਾਂਦਾ ਸੀ, ਇਸ ਕਰਕੇ ਸਾਰੀ ਉਮਰ ਕੱਛਾ ਪਾ ਕੇ ਜਾਇਆ। ਉਹਦੀ ਫੋਟੋ ਇੱਕ ਕੱਛੇ ਵਿੱਚ। ਤਾਂ ਜਿਨ੍ਹਾਂ ਇੰਨੇ ਵੱਡੇ ਕੰਮ ਕਰਨ ਵਾਲਾ ਆਪਣੇ ਕਰਮ ਨੂੰ ਨਹੀਂ ਮਿਟਾ ਸਕਿਆ, ਰਾਮਚੰਦਰ ਦਾ ਸੇਵਕ ਹੈ, ਰਾਮਚੰਦਰ ਵੀ ਉਹਦੇ ਕਰਮ ਨਹੀਂ ਮਿਟਾ ਸਕਿਆ। ਭਗਤ ਤਰਲੋਚਨ ਜੀ ਕਹਿ ਰਹੇ ਨੇ ਕਿ ਮੈਂ ਨਹੀਂ ਕਹਿ ਰਿਹਾ, ਤੁਹਾਡੀਆਂ ਆਪਣੀਆਂ ਲਿਖੀਆਂ ਕਹਾਣੀਆਂ ਕਹਿ ਰਹੀਆਂ ਨੇ। ਬ੍ਰਾਹਮਣ ਨੂੰ ਕਹਿ ਰਹੇ ਨੇ ਵੀ ਤੂੰ ਆਪ ਲਿਖਿਆ। ਤਾਂ ਇਸ ਲਈ ਸਮਝਾ ਰਹੇ ਨੇ ਕਿ ਹੇ ਮੇਰੀ ਜਿੰਦੇ, ਜੇ ਉਹ ਆਪਣੇ ਕੀਤੇ ਕਰਮ ਦਾ ਫਲ ਨਹੀਂ ਮਿਟਾ ਸਕੇ ਤਾਂ ਰਾਮਚੰਦਰ ਤੇਰੇ ਕਿਵੇਂ ਮਿਟਾ ਦੇਗਾ? ਆਪਣੇ ਸੇਵਕ ਦੇ ਨਹੀਂ ਮਿਟਾ ਸਕਿਆ, ਹਨੂਮਾਨ ਆਪਣਾ ਨਹੀਂ ਮਿਟਾ ਸਕਿਆ। ਤਾਂ ਇਹਦਾ ਮਤਲਬ ਰੱਬ ਤੇ ਦੋਸ਼ ਨਾ ਦੇ, ਇਹ ਤੇਰੇ ਆਪਣੇ ਕੀਤੇ ਕੰਮਾਂ ਦੇ ਸੁੱਖ ਔਰ ਦੁੱਖ ਜਿਹੜੇ ਨੇ, ਤੇਰੇ ਮਾੜੇ ਔਰ ਚੰਗੇ ਕਰਮਾਂ ਦੇ ਆਪਣੇ ਫਲ ਨੇ। ਪੂਰਬ ਲੋਕ ਕ੍ਰਿਤ ਕਰਮ ਨਾ ਮਿਟੇਰੀ ਕਰ ਗਏ ਹਨ, ਤਾਂਚੇ ਮੁਹ ਜਾਪੀਏ ਲੈ ਰਾਮ ਚ ਨਾਮੰ। ਘਰ ਗਏ ਹਨ ਦਾ ਮਤਲਬ ਘਰ ਵਾਲੀ ਯਾਨੀ ਘਰ ਦੀ ਮਾਲਕ, ਜਿੰਦ। ਘਰ ਗਏ ਹਨ ਦਾ ਮਤਲਬ ਜਿੰਦ। ਪੂਰਬ ਲੋ ਦਾ ਮਤਲਬ ਪਿਛਲੇ, ਜਿਹੜੇ ਅਸੀਂ ਪਾਸਟ ਦੇ ਵਿੱਚ ਕੀਤੇ ਨੇ। ਪੂਰਬਲੇ ਕਰਮਾਂ ਬਾਰੇ ਤੁਹਾਨੂੰ ਪਤਾ ਹੈ ਕਿ ਜੋ ਅਸੀਂ ਕੱਲ ਤੱਕ ਜਾਂ ਹੁਣ ਤੱਕ ਜੋ ਕੰਮ ਕੀਤੇ ਨੇ, ਜੋ ਅਸੀਂ ਬੋਲਿਆ ਹੈ, ਜੋ ਅਸੀਂ ਸੋਚਿਆ ਹੈ, ਜੋ ਅਸੀਂ ਕਿਰਤ ਕੀਤੀ ਹੈ, ਉਹਨਾਂ ਕਰਮਾਂ ਅਨੁਸਾਰ ਜੋ ਸੰਸਕਾਰ ਬਣ ਜਾਂਦੇ ਨੇ ਨਾ, ਤਾਂ ਉਹਨਾਂ ਕੰਮਾਂ ਦਾ ਫਲ ਮਿਟ ਨਹੀਂ ਸਕਦਾ। ਮੰਨ ਲਓ ਕਿ ਕਿਸੇ ਬੰਦੇ ਨੇ ਕੱਲ ਕਤਲ ਕਰ ਦਿੱਤਾ ਹੈ, ਤੇ ਕੀ ਉਹ ਬੰਦਾ ਜਿੰਦਾ ਹੋ ਸਕਦਾ ਹੈ ਹੁਣ ਦੁਬਾਰਾ? ਜਿਹੜਾ ਮਾਰਿਆ ਗਿਆ ਉਹ ਤੇ ਵਿਚਾਰਾ ਮਾਰਿਆ ਗਿਆ, ਤੇ ਉਸ ਕਤਲ ਦੀ ਸਜ਼ਾ ਤੇ ਭੁਗਤਣੀ ਪਵੇਗੀ ਨਾ। ਮੰਨ ਲਓ ਕਿ ਕੋਈ ਚੋਰੀ ਕੀਤੀ ਤੇ ਚੋਰੀ ਦੇ ਇਲਜ਼ਾਮ ਵਿੱਚ ਬੰਦਾ ਫੜਿਆ ਗਿਆ, ਤੇ ਹੁਣ 2-4 ਸਾਲ ਸਜ਼ਾ ਹੋਏਗੀ ਨਾ। ਹੁਣ ਚੋਰੀ ਕਿਵੇਂ ਖਤਮ ਹੋ ਸਕਦੀ ਹੈ? ਕਿਉਂਕਿ ਕੰਮ ਤੇ ਹੋ ਚੁੱਕਾ ਹੈ। ਕਮਾਨ ਚੋਂ ਨਿਕਲਿਆ ਤੀਰ ਔਰ ਜ਼ਬਾਨ ਚੋਂ ਨਿਕਲਿਆ ਬੋਲ, ਕਹਿੰਦੇ ਨਾ, ਵਾਪਸ ਨਹੀਂ ਆਉਂਦਾ। ਇਸ ਲਈ ਜਿਹੜੇ ਅਸੀਂ ਕਰਮ ਕਰਦੇ ਹਾਂ ਉਹਨਾਂ ਨੂੰ ਮਿਟਾਇਆ ਨਹੀਂ ਜਾ ਸਕਦਾ।
ਤਾਂਚੇ ਮੋਹ ਜਾਪੀਏ ਲੈ ਰਾਮ ਚ ਨਾਮ, ਮੋਹ ਦਾ ਮਤਲਬ ਮੈਂ, ਇਸ ਲਈ ਮੈਂ ਤਾਂ ਪ੍ਰਭੂ ਦੇ ਗੁਣ ਗਾਉਂਦਾ ਹਾਂ, ਰੱਬੀ ਗੁਣਾਂ ਦਾ ਧਾਰਨੀ ਹਾਂ, ਰੱਬ ਦੀ ਰਜ਼ਾ ਵਿੱਚ ਤੁਰਦਾ ਹਾਂ। ਹੁਣ ਜਦੋਂ ਮੈਂ ਰੱਬੀ ਰਜ਼ਾ ਦੇ ਵਿੱਚ ਤੁਰਾਂਗਾ, ਰੱਬ ਦੇ ਗੁਣ ਗਾਵਾਂਗਾ, ਚੰਗੇ ਕਰਮ ਕਰਾਂਗਾ, ਤਾਂ ਉਹਦਾ ਰਿਜ਼ਲਟ ਚੰਗਾ ਨਿਕਲੇਗਾ। ਸਤ, ਸੰਤੋਖ, ਦਇਆ, ਧਰਮ, ਧੀਰਜ, ਨਿਰਭੈਤਾ, ਨਿਰਵੈਰਤਾ, ਮੈਂ ਤਾਂ ਇਹਨਾਂ ਗੁਣਾਂ ਦੇ ਨਾਲ ਜੁੜਿਆ ਹੋਇਆ, ਮੈਂ ਤਾਂ ਰੱਬੀ ਰਜ਼ਾ ਦੇ ਵਿੱਚ ਜੁੜਿਆ ਹੋਇਆ ਹਾਂ। ਮੈਂ ਨਹੀਂ ਕੋਈ ਮਾੜਾ ਕਰਮ ਕਰਦਾ, ਮੈਂ ਨਹੀਂ ਕਿਸੇ ਦੇਵੀ ਦੇਵਤੇ ਨੂੰ ਪੂਜਦਾ, ਮੈਨੂੰ ਤੀਰਥਾਂ ਤੇ ਜਾਣ ਦੀ ਲੋੜ ਹੀ ਨਹੀਂ ਹੈ, ਕਿਉਂਕਿ ਨਾ ਕੋਈ ਤੀਰਥ ਤੁਹਾਡੇ ਕਰਮਾਂ ਨੂੰ ਮਿਟਾ ਸਕਦਾ ਹੈ, ਨਾ ਕੋਈ ਦੇਵੀ ਦੇਵਤਾ ਮਿਟਾ ਸਕਦਾ ਹੈ। ਕੇਵਲ ਤੁਸੀਂ ਆਪਣੇ ਕਰਮਾਂ ਨੂੰ ਖੁਦ ਬਦਲਣਾ ਹੈ। ਚੰਗੇ ਕਰਮ ਤੁਸੀਂ ਖੁਦ ਕਰਨੇ ਨੇ, ਮਾੜੇ ਕਰਮ ਕਰੋਗੇ ਤਾਂ ਉਹਦਾ ਰਿਜ਼ਲਟ ਦੁੱਖ ਵਿੱਚ ਮਿਲੇਗਾ, ਚੰਗੇ ਕਰਮ ਕਰੋਗੇ ਉਹਦਾ ਰਿਜ਼ਲਟ ਸੁੱਖ ਦੇ ਅੰਦਰ ਮਿਲੇਗਾ। ਬਦਤ ਤ੍ਰਿਲੋਚਨ ਰਾਮ ਜੀ, ਬਦਤ ਦਾ ਮਤਲਬ ਆਖਦਾ ਹੈ ਕਿ ਮੈਂ ਤਾਂ ਰਾਮ ਰਾਮ ਕਹਿਣਾ, ਰਾਮ ਰਾਮ ਦਾ ਮਤਲਬ ਰੱਬ ਦੀ ਸਿਫਤ ਸਲਾਹ ਕਰਦਾ ਹਾਂ, ਰੱਬ ਦੇ ਗੁਣ ਗਾਉਂਦਾ ਹਾਂ, ਤੇ ਆਪਣੇ ਕਿਸੇ ਕੀਤੇ ਕਰਮ ਤੋਂ ਮਿਲੇ ਹੋਏ ਸੁੱਖ ਔਰ ਦੁੱਖ ਦਾ ਦੋਸ਼ ਪ੍ਰਭੂ ਨੂੰ ਨਹੀਂ ਦਿੰਦਾ। ਮੈਂ ਆਪਣੇ ਕਿਸੇ ਵੀ ਕੀਤੇ ਕੰਮ ਦਾ ਦੋਸ਼ ਰੱਬ ਤੇ ਨਹੀਂ ਸੁੱਟਦਾ ਕਿ ਰੱਬ ਨੇ ਮੇਰੀ ਕਿਸਮਤ ਮਾੜੀ ਲਿਖੀ ਹੈ, ਰੱਬ ਨੇ ਮੈਨੂੰ ਦੁੱਖ ਦਿੱਤਾ ਹੈ, ਨਾ, ਇਹ ਸੁੱਖ ਔਰ ਦੁੱਖ ਮੇਰੇ ਆਪਣੇ ਕੀਤੇ ਕੰਮਾਂ ਦਾ ਫਲ ਹੈ, ਜੋ ਰੱਬੀ ਰਜ਼ਾ ਦੇ ਅੰਦਰ ਹਰ ਇੱਕ ਨੂੰ ਮਿਲਦਾ ਹੈ। ਦੱਦੇ ਦੋਸ਼ ਨਾ ਦੇਉ ਕਿਸੇ, ਦੋਸ਼ ਕਰਮਾਂ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ। ਤਾਂ ਇਸ ਪਾਵਨ ਸ਼ਬਦ ਰਾਹੀਂ ਸਾਨੂੰ ਇਹ ਸੇਧ ਮਿਲਦੀ ਹੈ, ਇਹਨਾਂ ਮਿਥਿਹਾਸਕ ਕਹਾਣੀਆਂ ਰਾਹੀਂ, ਕਿ ਕੋਈ ਵੀ ਦੇਵੀ ਦੇਵਤਾ ਉਹਦੀ ਪੂਜਾ ਦੇ ਨਾਲ ਸੁੱਖ ਔਰ ਦੁੱਖ ਨਹੀਂ ਮਿਲਦਾ। ਕਿਸੇ ਵੀ ਤੀਰਥ ਤੇ ਨਹਾਉਣ ਦੇ ਨਾਲ ਸਾਡੇ ਸੁੱਖ ਦੁੱਖ ਦਾ ਕੋਈ ਸੰਬੰਧ ਨਹੀਂ ਹੈ। ਰੱਬ ਸਾਡੀ ਕਿਸਮਤ ਲਿਖ ਕੇ ਨਹੀਂ ਭੇਜਦਾ ਮਾੜੀ, ਰੱਬ ਸਾਰਿਆਂ ਨੂੰ ਸੁੱਖ, ਆਨੰਦ, ਪ੍ਰਸੰਨਤਾ ਬਖਸ਼ਿਸ਼ ਕਰਦਾ ਹੈ। ਇਹ ਸੁੱਖ ਔਰ ਦੁੱਖ ਸਾਡੇ ਆਪਣੇ ਕੀਤੇ ਹੋਏ ਕੰਮਾਂ ਦੇ ਫਲ ਨੇ, ਇਸ ਲਈ ਸਾਨੂੰ ਚੰਗੇ ਕਰਮ ਕਰਨੇ ਚਾਹੀਦੇ ਹਨ। ਤੇ ਆਓ ਹੁਣ ਆਪਾਂ ਸ੍ਰੀ ਰਾਗ ਕੀ ਵਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਇਹ ਜੋ ਅਸੀਂ ਕੱਲ ਤੱਕ ਵਿਚਾਰ ਕਰ ਚੁੱਕੇ ਹਾਂ ਪੌੜੀਆਂ ਦੀ, ਤੇ ਕੱਲ ਤੱਕ ਅਸੀਂ 19 ਪੌੜੀਆਂ ਦੀ ਵਿਚਾਰ ਕਰ ਚੁੱਕੇ ਹਾਂ। 20 ਨੰਬਰ ਪੌੜੀ ਦੀ ਵਿਚਾਰ ਅੱਜ ਕਰ ਰਹੇ ਹਾਂ। ਇਹ ਪਾਵਨ ਪੌੜੀ ਜਿਹੜੀ ਹੈ, ਸ਼ਲੋਕ ਜਿਹੜਾ ਹੈ ਗੁਰੂ ਨਾਨਕ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਹੈ ਪੌੜੀ ਦੇ ਨਾਲ, ਤੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 91 ਤੇ ਅੰਕਿਤ ਹੈ। ਦੁਬਾਰਾ ਫਿਰ ਸੁਣ ਲਓ, ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਪੇਜ 91 ਯਾਨੀ ਪਾਵਨ ਅੰਗ 91 91, ਤੇ ਸ਼ਲੋਕ ਹੈ ਕੁਬੁੱਧ ਡੂਮਣੀ ਕੁਦਇਆ ਕਸਾਇਣ, ਪਰ ਨਿੰਦਾ ਘਟ ਝੂੜੀ, ਮੁੱਠੀ ਕ੍ਰੋਧ ਚੰਡਾਲ, ਕਾਰੀ ਕੱਢੀ ਕਿਆ ਥੀਐ, ਜਾਂ ਚਾਰੇ ਬੈਠੀਆਂ ਨਾਲ। ਹੁਣ ਇੱਥੇ ਗੁਰੂ ਪਾਤਸ਼ਾਹ ਜੀ ਸਾਡੇ ਬਹੁਤ ਵੱਡੇ ਵਹਿਮ ਤੋਂ ਸਾਨੂੰ ਬਾਹਰ ਕੱਢ ਰਹੇ ਨੇ, ਕਿਉਂਕਿ ਬਹੁਤ ਸਾਰੇ ਲੋਕ ਨੇ ਉਹ ਬਾਹਰ ਦੀ ਸੁਚਮਤਾ ਰੱਖਦੇ ਨੇ, ਸਰੀਰ ਦੀ ਸੁਚਮਤਾ ਰੱਖਣਗੇ, ਕੱਪੜਿਆਂ ਦੀ ਸੁਚਮਤਾ ਰੱਖਣਗੇ, ਕਿਸੇ ਦੇ ਨਾਲ ਉਹ ਟੱਚ ਨਹੀਂ ਕਰਦੇ, ਆਪਣਾ ਭੋਜਨ ਵੀ ਉਹ ਆਪ ਬਣਾ ਕੇ ਖਾਂਦੇ ਨੇ, ਔਰ ਸਮਝਦੇ ਨੇ ਕਿ ਅਸੀਂ ਚੌਂਕਾ ਪਵਿੱਤਰ ਕੀਤਾ ਹੈ, ਪਵਿੱਤਰ ਚੌਂਕੇ ਵਿੱਚ ਅਸੀਂ ਭੋਜਨ ਕਰ ਰਹੇ ਹਾਂ, ਇਸ ਲਈ ਅਸੀਂ ਰੱਬ ਦੇ ਪਿਆਰੇ ਹਾਂ। ਤਾਂ ਗੁਰੂ ਪਾਤਸ਼ਾਹ ਜੀ ਇੱਥੇ ਸਾਨੂੰ ਸਮਝਾਉਣਾ ਚਾਹੁੰਦੇ ਨੇ। ਇੱਥੇ ਨਾਲ ਨਾ ਸਾਖੀ ਵੀ ਇੱਕ ਆਉਂਦੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜਦੋਂ ਉਦਾਸੀਆਂ ਤੇ ਗਏ ਨੇ, ਤਾਂ ਗੰਗਾ ਦੇ ਕਿਨਾਰੇ ਤੇ ਦੇਖਿਆ ਹੈ ਕਿ ਇੱਕ ਜਿਹੜਾ ਹੈ ਕੋਈ ਬੈਰਾਗੀ ਸਾਧੂ ਜਾਂ ਕੋਈ ਬ੍ਰਾਹਮਣ ਉਹਨੇ ਹੈ ਮਿੱਟੀ ਉੱਤੋਂ ਪੁੱਟ ਕੇ ਪਾਸੇ ਕੀਤੀ ਹੈ, ਬਰਤਨ ਮਾਂਜੇ ਨੇ, ਲੱਕੜਾਂ ਧੋਤੀਆਂ ਨੇ, ਔਰ ਬੜੇ ਪ੍ਰੇਮ ਦੇ ਨਾਲ ਉਹ ਚੌਂਕਾ ਕਾਰਾਂ ਕੱਢ ਕੇ, ਲਕੀਰਾਂ, ਵੇਦ ਮੰਤਰ ਪੜ੍ਹ ਕੇ ਭੋਜਨ ਤਿਆਰ ਕਰਦੇ। ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਨੂੰ ਭੇਜਦੇ ਨੇ ਇਹਦੇ ਵਹਿਮ ਨੂੰ ਦੂਰ ਕਰਨ ਵਾਸਤੇ, ਤੇ ਭਾਈ ਮਰਦਾਨਾ ਜੀ ਜਾ ਕੇ ਮੰਗਦੇ ਨੇ ਅੱਗ, ਕਿ ਬਾਬਾ ਜੀ ਸ਼ਾਂਤੀ ਦੇਵ ਜੀ ਸਾਨੂੰ ਵੀ ਅੱਗ ਚਾਹੀਦੀ ਹੈ, ਅਸੀਂ ਵੀ ਪ੍ਰਸ਼ਾਦਾ ਤਿਆਰ ਕਰਨਾ ਹੈ। ਯਾਨੀ ਜੀ ਜਦੋਂ ਭਗਤ ਜਦੋਂ ਭਾਈ ਮਰਦਾਨਾ ਜੀ ਦਾ ਜਿਹੜਾ ਹੈ ਪਰਛਾਵਾਂ ਇਹਦੇ ਚੌਂਕੇ ਦੇ ਉੱਤੇ ਪੈਂਦਾ ਹੈ, ਤਾਂ ਇਹ ਭੜਕ ਉੱਠਦਾ ਹੈ, ਇਹ ਚੋ ਲੈ ਕੇ ਭਾਈ ਮਰਦਾਨਾ ਜੀ ਦੇ ਪਿੱਛੇ ਦੌੜਦਾ ਹੈ। ਲੋਕ ਇਕੱਠੇ ਹੋ ਜਾਂਦੇ ਨੇ, ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਸ ਭਾਈ ਮਰਦਾਨਾ ਜੀ ਪਹੁੰਚਦੇ ਨੇ, ਪਿੱਛੇ ਪਿੱਛੇ ਸੁਚਮਤਾ ਵਾਲਾ ਬ੍ਰਾਹਮਣ ਵੀ ਹੈ, ਤੇ ਇਹ ਜਾ ਕੇ ਕਹਿੰਦਾ ਹੈ ਕਿ ਇਸ ਨੀਚ ਨੇ, ਨੀਵੀਂ ਜਾਤ ਦੇ ਬੰਦੇ ਨੇ ਮੇਰੇ ਚੌਂਕੇ ਤੇ ਪਰਛਾਵਾਂ ਪਾ ਦਿੱਤਾ ਹੈ, ਮੇਰਾ ਚੌਂਕਾ, ਮੇਰਾ ਪ੍ਰਸ਼ਾਦਾ ਅਪਵਿੱਤਰ ਹੋ ਗਿਆ। ਤਾਂ ਗੁਰੂ ਪਾਤਸ਼ਾਹ ਜੀ ਉਹਨੂੰ ਸਮਝਾਉਂਦੇ ਨੇ
ਕਿ ਇਸ ਬਾਹਰ ਦੀ ਪਵਿੱਤਰਤਾ ਦੇ ਨਾਲ ਕਦੇ ਬੰਦਾ ਧਰਮੀ ਨਹੀਂ ਹੁੰਦਾ। ਕੋਈ ਜਾਤ ਕਰਕੇ ਨੀਵਾਂ ਨਹੀਂ ਹੈ। ਜਾਤੀਵਾਦ ਨੂੰ ਮੰਨਣਾ ਇਹ ਮਹਾਨ ਮੂਰਖਤਾ ਹੈ। ਤੇ ਇਹ ਜਿਹੜਾ ਭਾਈ ਮਰਦਾਨਾ ਹੈ, ਇਹ ਮਰਾਸ਼ੀ ਮਰਦਾਨਾ ਨਹੀਂ, ਇਹ ਭਾਈ ਮਰਦਾਨਾ ਹੈ, ਗੁਰੂ ਕਾ ਕੀਰਤਨੀਆ ਮਰਦਾਨਾ ਹੈ, ਰੱਬ ਦਾ ਪਿਆਰਾ ਮਰਦਾਨਾ ਹੈ। ਯਾਨੀ ਜਾਤੀਵਾਦ ਨੂੰ ਮੰਨਣਾ ਮੂਰਖਤਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਤੇਰੇ ਅੰਦਰ 4 ਐਸੀਆਂ ਬਿਰਤੀਆਂ ਨੇ ਜਿਸ ਨੇ ਹਰ ਇਨਸਾਨ ਨੂੰ ਨੀਵਾਂ ਬਣਾਇਆ ਹੋਇਆ ਹੈ। ਕੁਬੁੱਧ ਡੂਮਣੀ, ਕੁਬੁੱਧ ਦਾ ਮਤਲਬ ਭੈੜੀ ਮੱਤ, ਇਹ ਮਰਾਸ਼ਨ ਹੈ। ਤਾਂ ਮਰਾਸ਼ੀ ਕੌਣ ਹੈ? ਜੋ ਕੁਬੁੱਧ ਮਾੜੇ ਕਰਮ ਕਰਦਾ ਹੈ। ਕਿਸੇ ਜਾਤ ਨੂੰ ਇੱਥੇ ਮਰਾਸ਼ੀ ਨਹੀਂ ਕਹਿ ਰਹੇ। ਮਰਾਸ਼ੀ ਜਾਤ ਨੂੰ ਨੀਵਾਂ ਸਮਝਣਾ ਇਹ ਮਹਾਮੂਰਖਤਾ ਹੈ, ਕਿਉਂਕਿ ਗੁਰਮਤ ਜਿਹੜੀ ਹੈ ਜਾਤੀਵਾਦ ਨੂੰ ਮੰਨਦੀ ਹੀ ਨਹੀਂ। ਤਾਂ ਗੁਰਮਤ ਡੂਮਣੀ ਜਾਂ ਮਰਾਸ਼ੀ ਕਿਹਨੂੰ ਮੰਨ ਰਹੀ ਹੈ? ਕੁਬੁੱਧ ਡੂਮਣੀ ਕਿ ਭਲੇ ਪੁਰਸ਼ਾ ਤੇਰੇ ਅੰਦਰ ਜਿਹੜੀ ਭੈੜੀ ਮੱਤ ਹੈ ਇਹ ਮਰਾਸ਼ਨ ਹੈ, ਜਿਨਨੇ ਤੇਰੀ ਮੱਤ ਨੂੰ ਖਰਾਬ ਕੀਤਾ ਹੋਇਆ ਹੈ। ਕੁਦਇਆ ਕਸਾਇਣ ਤੇ ਬੇਤਰਸੀ, ਕਿਸੇ ਦੇ ਉੱਤੇ ਤਰਸ ਨਾ ਕਰਨਾ, ਤੇਰੇ ਅੰਦਰ ਦਇਆ ਦਾ ਪੈਦਾ ਨਾ ਹੋਣਾ, ਇਹ ਤੇਰੇ ਅੰਦਰ ਕਸੈਣ ਹੈ। ਪਰ ਨਿੰਦਾ ਘਟ ਚੂੜੀ, ਦੂਜਿਆਂ ਦੀ ਨਿੰਦਿਆ ਕਰਨੀ ਇਹ ਹੀ ਚੂੜੀ ਹੈ। ਨਹੀਂ ਤੇ ਜਾਤ ਕਰਕੇ ਕੋਈ ਐਸਾ ਕੋਈ ਬੰਦਾ ਨਹੀਂ ਹੈ। ਪਰਾਈ ਨਿੰਦਿਆ ਕਰਨੀ ਹੀ ਚੂੜੀ ਹੈ, ਜਿਨਨੇ ਤੇਰੀ ਬਿਰਤੀ ਨੂੰ ਨੀਵਾਂ ਕੀਤਾ ਹੋਇਆ ਹੈ। ਮੁੱਠੀ ਕ੍ਰੋਧ ਚੰਡਾਲ, ਮੁੱਠੀ ਦਾ ਮਤਲਬ ਠੱਗੀ ਹੋਈ, ਜੋ ਕ੍ਰੋਧ ਦੇ ਨਾਲ ਠੱਗੀ ਹੋਈ ਮੱਤ ਹੈ ਉਹ ਤੇਰੇ ਅੰਦਰ ਚੰਡਾਲਨੀ ਹੈ। ਕਾਰੀ ਕੱਢੀ ਕਿਆ ਥੀ ਹੈ, ਜਾਂ ਚਾਰੇ ਬੈਠਿਆਂ ਨਾਲ। ਹੁਣ ਤੂੰ ਚੌਂਕਾ ਤੇ ਸੋਚਾ ਕਰ ਲਿਆ, ਪਵਿੱਤਰ ਕਰ ਲਿਆ, ਪੂਚਾ ਦੇ ਲਿਆ, ਵੇਦ ਮੰਤਰ ਪੜ੍ਹ ਕੇ ਕਾਰਾਂ ਵੀ ਕੱਢ, ਲਕੀਰਾਂ ਕੱਢ ਲਈਆਂ। ਤੇ ਲਕੀਰਾਂ ਕੱਢੀਆਂ ਕੀ ਕਰਨੀਆਂ? 4 ਬਿਰਤੀਆਂ ਤੇ ਤੇਰੇ ਅੰਦਰ ਬੈਠੀਆਂ ਨੇ, ਅੰਦਰ ਤੇ ਤੇਰਾ ਪਵਿੱਤਰ ਹੈ। ਤਾਂ ਗੁਰੂ ਪਾਤਸ਼ਾਹ ਜੀ ਸਮਝਾ ਰਹੇ ਨੇ ਸੱਚ ਸੰਜਮ, ਇੱਥੇ ਰੁਕਣਾ ਹੈ ਥੋੜਾ। ਸੱਚ ਸੰਜਮ ਕਰਨੀ ਕਾਰਾਂ, ਨਾਵਣ ਨਾਉ ਜਪੇ ਹੀ, ਇੱਥੇ ਨਾਵਣ ਨਹੀਂ ਪੜਨਾ, ਨਾਵਣ, ਵਵੇ ਦੇ ਥੱਲੇ ਅੱਧਾ ਹਾ ਲਾ ਕੇ ਨਾ, ਜਾਂ ਨੰਨੇ ਥੱਲੇ ਨਾਵਣ, ਨਾਵਣ। ਤਾਂ ਜੋ ਮਨੁੱਖ ਸੱਚ ਨੂੰ ਚੌਂਕਾ ਸੁੱਚਾ ਕਰਨ ਦੀ ਜੁਗਤ ਬਣਾਉਂਦੇ ਨੇ, ਸੱਚ ਸੰਜਮ। ਜੁਗਤ, ਸੰਜਮ ਦਾ ਮਤਲਬ ਜੁਗਤ, ਕਿ ਜਿਹੜੀ ਜੁਗਤ ਹੈ ਨਾ ਚੌਂਕਾ ਸੁੱਚਾ ਕਰਨਾ, ਜੀਵਨ ਨੂੰ ਸੁੱਚਾ ਕਰਨਾ, ਉਹ ਹੈ ਸੱਚ। ਜ਼ਿੰਦਗੀ ਦੇ ਅੰਦਰ ਸੱਚ ਚਾਹੀਦਾ ਹੈ। ਕਰਨੀ ਕਾਰਾਂ, ਲਕੀਰਾਂ ਕੱਢਣ ਦੀ ਲੋੜ ਨਹੀਂ ਹੈ। ਉੱਚਾ ਆਚਰਣ, ਉੱਚੀ ਕਰਨੀ ਦੀਆਂ ਲਕੀਰਾਂ ਹੋਣ। ਨਾਵਣ ਨਾਉ ਜਪੇ ਹੀ, ਤੇ ਜਿਹੜਾ ਬਾਹਰ ਦਾ ਨਹਾਣਾ ਹੈ ਨਾ ਉਹ ਹੈ ਨਾਉ ਜਪੇ ਹੀ ਦਾ ਮਤਲਬ ਰੱਬੀ ਗੁਣ ਗਾਣੇ, ਅੰਦਰ ਗੁਣਾਂ ਦੇ ਧਾਰ ਨਹੀਂ ਹੋਣਾ। ਨਾਨਕ ਅੱਗੇ ਉੱਤਮ ਸਈ, ਜੇ ਪਾਪਾਂ ਪੰਧ ਨਾ ਦੇਹੀ, ਇੱਥੇ ਪੰਧ ਦਾ ਮਤਲਬ ਹੈ ਸਿੱਖਿਆ। ਉੱਤਮ ਦਾ ਮਤਲਬ ਉੱਤਮ, ਅੱਗੇ ਦਾ ਮਤਲਬ ਆਉਣ ਵਾਲੇ ਸਮੇਂ ਦੇ ਅੰਦਰ। ਯਾਨੀ ਉਹ ਇਨਸਾਨ ਉੱਤਮ ਨੇ ਜੋ ਦੂਜਿਆਂ ਨੂੰ ਪਾਪਾਂ ਦੀ ਸਿੱਖਿਆ ਨਹੀਂ ਦਿੰਦੇ, ਜੋ ਆਪ ਵੀ ਉੱਚੇ ਸੁੱਚੇ ਆਚਰਨ ਵਾਲੇ ਨੇ, ਜਿਨ੍ਹਾਂ ਨੇ ਆਪਣੇ ਅੰਦਰੋਂ ਇਹਨਾਂ ਮਾੜੀਆਂ ਬਿਰਤੀਆਂ ਨੂੰ ਖਤਮ ਕੀਤਾ ਹੈ, ਜਿਨ੍ਹਾਂ ਨੇ ਸੱਚ ਨੂੰ ਆਪਣਾ ਸੰਜਮ ਬਣਾਇਆ ਹੈ, ਜੋ ਉੱਚੀ ਕਰਨੀ ਦੇ ਧਾਰਨੀ ਨੇ, ਜਿਨ੍ਹਾਂ ਨੇ ਆਪਣੀ ਮਾਨਸਿਕਤਾ ਨੂੰ ਸਾਫ਼ ਸੁਥਰਿਆਂ ਕੀਤਾ ਹੈ, ਔਰ ਜਿਹੜੇ ਦੂਜਿਆਂ ਨੂੰ ਮਾੜੀ ਸਿੱਖਿਆ ਨਹੀਂ ਦਿੰਦੇ, ਈਰਖਾ ਦਵੇਸ਼ ਦੀ, ਵੈਰ ਵਿਰੋਧ ਦੀ, ਕਰਮ ਕਾਂਡਾਂ ਦੀ, ਦੇਵੀ ਦੇਵਤਿਆਂ ਨੂੰ ਪੂਜਣ ਦੀ, ਜਿਹੜੇ ਐਸੀ ਸਿੱਖਿਆ ਦੂਜਿਆਂ ਨੂੰ ਨਹੀਂ ਦਿੰਦੇ, ਪਾਪ ਕਰਮ ਕਮਾਉਣ ਦੀ ਸਿੱਖਿਆ ਨਹੀਂ ਦਿੰਦੇ, ਉਹ ਲੋਕ ਉੱਤਮ ਨੇ, ਉਹਨਾਂ ਦਾ ਜੀਵਨ ਸਫਲਾ ਹੁੰਦਾ ਹੈ। ਤਾਂ ਇੱਥੇ ਸਾਨੂੰ ਸਮਝਾਇਆ ਜਾ ਰਿਹਾ ਹੈ ਕਿ ਜਿਹੜੀ ਬਾਹਰ ਦੀ ਸੁਚਮਤਾ ਹੈ ਉਹਦਾ ਧਰਮ ਦੇ ਨਾਲ ਕੋਈ ਸੰਬੰਧ ਨਹੀਂ ਹੈ। ਦੇਖੋ, ਸਫਾਈ ਰੱਖਣੀ ਇੱਕ ਵੱਖਰੀ ਗੱਲ ਹੈ, ਸਫਾਈ ਹੋਣੀ ਚਾਹੀਦੀ ਹੈ, ਸਾਫ਼ ਸਫਾਈ ਹੋਣੀ ਬਹੁਤ ਜ਼ਰੂਰੀ ਹੈ, ਲੇਕਿਨ ਉਹਨੂੰ ਸੁੱਚ ਭਿੱਟ ਦੇ ਨਾਲ ਜੋੜਨਾ। ਮੰਨ ਲਓ ਕੋਈ ਨਹਾਤਾ ਧੋਤਾ ਸਾਫ਼ ਸੁਥਰਾ ਬੰਦਾ ਹੈ, ਤੇ ਜੇ ਉਹ ਜਾਤ ਕਰਕੇ ਨੀਵੀਂ ਜਾਤ ਦਾ ਤੇ ਸਮਝ ਲਈਏ ਕਿ ਸਾਡਾ ਚੌਂਕਾ ਪਵਿੱਤਰ ਹੋ ਗਿਆ, ਇਹਦੇ ਨਾਲ ਟੱਚ ਨਹੀਂ ਕਰਨਾ, ਤਾਂ ਇਹ ਮੂਰਖਤਾ ਹੈ। ਜਾਤ ਕਰਕੇ ਕੋਈ ਉੱਚਾ ਨਹੀਂ ਹੁੰਦਾ, ਜਾਤ ਕਰਕੇ ਕੋਈ ਨੀਵਾਂ ਨਹੀਂ ਹੁੰਦਾ। ਫੱਕੜ ਜਾਤੀ ਫੱਕੜ ਨਾਉ, ਇਹ ਜਾਤੀਵਾਦ ਨੂੰ ਗੁਰਮਤ ਨਹੀਂ ਮੰਨਦੀ। ਇਸ ਲਈ ਗੁਰੂ ਜੀ ਸਾਨੂੰ ਸਮਝਾ ਰਹੇ ਨੇ ਕਿ ਪਿਆਰਿਓ, ਜਿਹੜੀ ਇਹ ਬਾਹਰੀ ਸੁਚਮਤਾ ਹੈ ਇਹਨੂੰ ਵਹਿਮ ਦੇ ਅੰਦਰ ਨਾ ਬਦਲੋ, ਔਰ ਇਹ ਵਹਿਮ ਜਿਹੜਾ ਹੈ ਤੁਹਾਡਾ ਬੇਕਾਰ ਔਰ ਵਿਅਰਥ ਹੈ। ਕੇਵਲ ਬਾਹਰੀ ਸੁਚਮਤਾ ਕਦੇ ਕਿਸੇ ਦੇ ਅੰਦਰ ਇਨਸਾਨੀਅਤ ਪੈਦਾ ਨਹੀਂ ਕਰਦੀ, ਸਗੋਂ ਅਸਲ ਦੇ ਅੰਦਰ ਜੋ ਮਾੜੀਆਂ ਬਿਰਤੀਆਂ ਨੇ ਉਹ ਮਨੁੱਖ ਦੀ ਮਾਨਸਿਕਤਾ ਨੂੰ ਅਪਵਿੱਤਰ ਬਣਾਈ ਰੱਖਦੀਆਂ ਨੇ। ਕਿਆ ਹੰਸ ਕਿਆ ਬਗੁਲਾ ਜਾ ਕੋ ਨਦਰ ਕਰੇ, ਇਹ ਚੀਜ਼ ਸਮਝਣ ਵਾਲੀ ਹੈ ਕਿ ਜੇ ਪ੍ਰਭੂ ਰਹਿਮਤ ਕਰੇ
ਯਾਨੀ ਬੰਦਾ ਰੱਬ ਦੀ ਰਹਿਮਤ ਦਾ ਪਾਤਰ ਬਣ ਜਾਏ ਤਾਂ ਪਿਆਰ ਦੇ ਨਾਲ ਜਦੋਂ ਪ੍ਰਭੂ ਤੱਕਦਾ ਹੈ ਤਾਂ ਉਹਦਾ ਬਗਲਾਪਨ ਭਾਵ ਉਹਦਾ ਪਖੰਡ ਦੂਰ ਹੋਣਾ ਕੋਈ ਔਖਾ ਨਹੀਂ ਹੈ। ਹੁਣ ਦੇਖੋ, ਬਗਲਾ ਔਰ ਹੰਸ ਦੋ ਪ੍ਰਤੀਕ ਨੇ। ਹੰਸ ਪ੍ਰਤੀਕ ਹੈ ਉੱਚੇ ਸੁੱਚੇ ਆਚਰਨ ਦਾ, ਜਿਹੜਾ ਅੰਦਰੋਂ ਬਾਹਰੋਂ ਇੱਕ ਹੈ ਨਾ ਬੰਦਾ, ਹੰਸ ਉਹਦਾ ਪ੍ਰਤੀਕ ਹੈ। ਹੰਸ ਦਾ ਮਤਲਬ ਉਹ ਇਨਸਾਨ ਜੋ ਅੰਦਰੋਂ ਬਾਹਰੋਂ ਸੱਚ ਦੇ ਨਾਲ ਜੁੜਿਆ ਹੋਇਆ ਹੈ, ਤੇ ਬਗਲਾ ਦਾ ਮਤਲਬ ਉਹ ਇਨਸਾਨ ਜਿਹੜਾ ਇਨਸਾਨ ਬਾਹਰੋਂ ਤਾਂ ਸਫੇਦ ਪੋਸ਼ ਨਜ਼ਰੀ ਪੈਂਦਾ ਹੈ ਲੇਕਿਨ ਅੰਦਰ ਉਹਦੇ ਖੋਟ ਭਰੇ ਪਏ ਨੇ, ਉਹਨੂੰ ਬਗਲਾ ਕਿਹਾ ਜਾਂਦਾ ਹੈ। ਹੰਸ ਔਰ ਬਗਲੇ ਦਾ ਰੰਗ ਦੋਵਾਂ ਦਾ ਇੱਕ, ਜਿਹੜੇ ਜਾਨਵਰ ਨੇ ਜੇ ਉਹਨਾਂ ਨੂੰ ਲੱਗੇ, ਦੋਵਾਂ ਦਾ ਰੰਗ ਸਫੇਦ ਹੈ, ਦੋਵੇਂ ਪਾਣੀ ਵਿੱਚ ਨੇ, ਤਾਂ ਭੁਲੇਖਾ ਪੈ ਜਾਂਦਾ ਨਾ ਕਈ ਵਾਰੀ ਵੀ ਬਗਲਾ ਵੀ ਭਗਤ ਹੈ, ਇੱਕ ਲੱਤ ਤੇ ਖਲੋਤਾ ਹੈ, ਬਿਲਕੁਲ ਸ਼ਾਂਤ ਖੜਾ ਹੈ, ਪਰ ਜਦੋਂ ਡੱਡੀ ਮੱਛੀ ਪਕੜ ਵਿੱਚ ਆਉਂਦੀ ਨਾਲ ਦੇ ਨਾਲ ਝਪੱਟਾ ਮਾਰ ਕੇ ਖਾ ਜਾਂਦਾ ਹੈ। ਤਾਂ ਬਗਲਾ ਉਸ ਇਨਸਾਨ ਦਾ ਪ੍ਰਤੀਕ ਹੈ ਜਿਨਨੇ ਬਾਹਰੋਂ ਧਾਰਮਿਕ ਕੱਪੜੇ ਪਾਏ ਨੇ, ਬਾਹਰੋਂ ਉਹ ਧਾਰਮਿਕ ਭਾਸ਼ਾ ਬੋਲਦਾ ਹੈ ਲੇਕਿਨ ਅੰਦਰ ਉਹਦੇ ਠੱਗੀਆਂ ਨੇ, ਬੇਗਾਨੇ ਹੱਕ ਖਾਂਦਾ ਹੈ, ਆਚਰਨਹੀਣਾ ਹੈ, ਉਹਨੂੰ ਬਗਲਾ ਕਿਹਾ ਜਾਂਦਾ ਹੈ। ਤੇ ਹੰਸ ਉਹ ਹੈ ਜੋ ਅੰਦਰੋਂ ਬਾਹਰੋਂ ਸੱਚ ਦੇ ਨਾਲ ਜੁੜਿਆ ਹੈ। ਤਾਂ ਗੁਰੂ ਜੀ ਕਹਿੰਦੇ ਨੇ ਜੇ ਪ੍ਰਭੂ ਰਹਿਮਤ ਕਰੇ ਯਾਨੀ ਬੰਦਾ ਰੱਬੀ ਰਜ਼ਾ ਦੇ ਵਿੱਚ ਤੁਰੇ ਤਾਂ ਜਿਹੜਾ ਬਗਲਾਪਨ ਹੈ ਨਾ ਉਹਨੂੰ ਦੂਰ ਕਰਨਾ ਕੋਈ ਔਖਾ ਨਹੀਂ ਹੈ। ਕਿਆ ਹੰਸ ਤੇ ਜਿਹੜਾ ਨਾ ਉਜਲ ਮਤ ਬੰਨਾ ਇਹ ਵੀ ਕੋਈ ਮੁਸ਼ਕਲ ਨਹੀਂ ਹੈ। ਜਿਹੜਾ ਬਗਲਾ ਹੈ ਉਹਦਾ ਬਗਲਾਪਨ ਦੂਰ ਹੋ ਸਕਦਾ ਹੈ, ਉਹਦੇ ਅੰਦਰ ਹੰਸ ਬਿਰਤੀ ਆ ਸਕਦੀ ਹੈ, ਉਹਦਾ ਹੰਸ ਬੰਨਾ ਕੋਈ ਔਖਾ ਨਹੀਂ ਹੈ ਜੇ ਉਹ ਪ੍ਰਭੂ ਦੀ ਨਜ਼ਰ ਦਾ ਪਾਤਰ ਬਣਦਾ ਹੈ। ਯਾਨੀ ਜੋ ਬਗਲਾ ਬਿਰਤੀ ਇਨਸਾਨ ਹੈ ਉਹ ਵੀ ਉੱਚੇ ਸੁੱਚੇ ਆਚਰਨ ਵਾਲਾ ਹੋ ਸਕਦਾ ਹੈ। ਇਹ ਇੰਪੋਸੀਬਲ ਨਹੀਂ, ਇਹ ਪੋਸੀਬਲ ਹੈ, ਇਹ ਸੰਭਾਵਨਾ ਹੈ। ਜਿਵੇਂ ਸੱਜਣ ਵਰਗੇ, ਕੋਡੇ ਵਰਗੇ, ਭੂਮੀਏ ਵਰਗੇ ਅਨੇਕਾਂ ਐਸੇ ਲੋਕ ਤਰ ਗਏ ਔਰ ਉਹ ਇਨਸਾਨ ਹੋ ਗਏ, ਤਾਂ ਉਹਨਾਂ ਦਾ ਬਗਲਾਪਨ ਦੂਰ ਹੋਣਾ ਔਰ ਉਹਨਾਂ ਦੇ ਅੰਦਰ ਹੰਸਪਨ ਪੈਦਾ ਹੋਣਾ ਇਹ ਕੋਈ ਔਖੀ ਗੱਲ ਨਹੀਂ ਹੈ। ਜੋ ਤਿਸ ਭਾਵੈ ਨਾਨਕਾ ਕਾਗੋਂ ਹੰਸ ਕਰੇ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੇ ਪ੍ਰਭੂ ਨੂੰ ਭਾ ਜਾਏ, ਜੋ ਤਿਸ ਭਾਵੈ ਨਾਨਕਾ, ਜੋ ਪ੍ਰਭੂ ਨੂੰ ਭਾ ਜਾਏ ਤਾਂ ਉਹ ਕਾਂ ਨੂੰ ਵੀ ਹੰਸ ਬਣਾ ਦਿੰਦਾ ਹੈ। ਹੁਣ ਕਾਂ ਕੀ ਹੈ? ਇਹ ਕਾਂ ਦਾ ਮਤਲਬ ਇਹ ਨਹੀਂ ਕਿ ਜਿਹੜੇ ਬਾਹਰ ਕਾਂ ਉੱਡਦੇ ਫਿਰਦੇ ਨੇ ਇਹਨਾਂ ਨੂੰ ਹੰਸ ਬਣਾ ਦਿੰਦਾ ਹੈ। ਗੱਲ ਹੈਗੀ ਕਾਂ ਇੱਕ ਬਿਰਤੀ ਹੈ ਜਿਹੜੀ ਸੋਚ ਪਾਪਾਂ ਦੇ ਨਾਲ ਕਾਲੀ ਹੋਈ ਪਈ ਹੈ, ਔਰ ਕਾਂ ਇੱਕ ਐਸੀ ਬਿਰਤੀ ਹੈ ਕਿ ਕਾਂ ਵਿਸ਼ਟਾ ਦੇ ਅੰਦਰ ਚੁੰਝਾ ਮਾਰੇਗਾ, ਉਹਨੂੰ ਜਿੰਨੇ ਮਰਜ਼ੀ ਪਦਾਰਥ ਚੰਗੇ ਮਿਲ ਜਾਣ ਪਰ ਉਹ ਵਿਸ਼ਟਾ ਵਿੱਚ ਚੁੰਝਾ ਮਾਰੇਗਾ। ਕਾਂ ਇੱਕ ਬਿਰਤੀ ਹੈ ਨਾ, ਕਾਂ ਕਾਂ ਕਰਨਾ। ਇਸੇ ਤਰ੍ਹਾਂ ਜਿਹੜਾ ਬੰਦਾ ਮਾੜੇ ਕਰਮ ਕਰਦਾ ਹੈ, ਸਾਰਾ ਦਿਨ ਨਿੰਦਾ ਚੁਗਲੀ ਕਰਦਾ ਹੈ, ਝੂਠ ਬੋਲਦਾ ਹੈ, ਤਾਂ ਐਸੇ ਬੰਦੇ ਨੂੰ ਕਾਂ ਕਿਹਾ ਜਾਂਦਾ ਹੈ, ਜਿਹੜਾ ਪਾਪਾਂ ਦੇ ਨਾਲ ਕਾਲਾ ਹੋਇਆ ਪਿਆ ਹੈ। ਹੰਸ ਕਰੇ ਦਾ ਮਤਲਬ ਕਿ ਜੇ ਪ੍ਰਭੂ ਨੂੰ ਕੋਈ ਸਾ ਬੰਦਾ ਭਾ ਜਾਏ ਯਾਨੀ ਪ੍ਰਭੂ ਦੀ ਰਜ਼ਾ ਦੇ ਵਿੱਚ ਤੁਰਨਾ ਸ਼ੁਰੂ ਕਰ ਦੇਵੇ ਤਾਂ ਪਾਪਾਂ ਦੇ ਨਾਲ ਕਾਲਾ ਹੋਇਆ ਕਾਂ ਵਰਗਾ ਇਨਸਾਨ ਵੀ ਹੰਸ ਵਰਗਾ ਸਫੇਦ ਹੋ ਜਾਂਦਾ ਹੈ। ਭਾਵ ਕਿ ਉਹਦੀ ਮੈਲੀ ਮਾਨਸਿਕਤਾ ਵੀ ਸ਼ੁੱਧ ਔਰ ਸਪਸ਼ਟ ਜਿਹੜੀ ਹੈ ਮਾਨਸਿਕਤਾ ਬਣ ਜਾਂਦੀ ਹੈ, ਉਹਦੀ ਸੋਚ ਬਦਲ ਜਾਂਦੀ ਹੈ, ਉਹਦਾ ਜੀਵਨ ਵੀ ਬਦਲ ਸਕਦਾ ਹੈ। ਕੀਤਾ ਲੋੜੀਏ ਕੰਮ ਸੋ ਹਰ ਪਹਿ ਆਖੀਐ। ਗੁਰੂ ਜੀ ਕਹਿੰਦੇ ਨੇ ਜਿਹੜਾ ਕੰਮ ਤੋੜ ਚਾੜਨ ਦੀ ਇੱਛਾ ਹੋਵੇ ਨਾ ਕਿ ਮੇਰਾ ਇਹ ਕੰਮ ਸਿਰੇ ਚੜੇ ਔਰ ਇਹਦੇ ਵਿੱਚੋਂ ਸੁਖ ਉਪਜੇ, ਸੋ ਹਰ ਪਹਿ ਆਖੀਐ, ਤਾਂ ਉਹ ਪ੍ਰਭੂ ਦੇ ਕੋਲ ਬੇਨਤੀ ਕਰਨੀ ਚਾਹੀਦੀ ਹੈ, ਯਾਨੀ ਰੱਬੀ ਰਜ਼ਾ ਦੇ ਅੰਦਰ ਉਹ ਕੰਮ ਕਰਨਾ ਚਾਹੀਦਾ ਹੈ। ਇਹ ਚੀਜ਼ ਸਮਝਣ ਵਾਲੀ ਹੈ। ਕੰਮ ਸਿਰੇ ਚੜਨਾ ਕਿਹਨੂੰ ਕਹਿੰਦੇ ਨੇ? ਦੇਖੋ, ਅਸੀਂ ਘਰ ਬਣਾਇਆ, ਅਸੀਂ ਘਰ ਚਾਹੁੰਦੇ ਹਾਂ, ਤੇ ਘਰ ਕਾਹਦੇ ਵਾਸਤੇ? ਕਿ ਅਸੀਂ ਪਤੀ ਪਤਨੀ, ਬੱਚੇ, ਭੈਣ ਭਰਾ, ਮਾਂ ਬਾਪ, ਜੋ ਵੀ 5-7 ਮੈਂਬਰ ਹਾਂ, ਉਸ ਘਰ ਦੇ ਅੰਦਰ ਸੁੱਖ ਦੇ ਨਾਲ ਰਵਾਂਗੇ, ਸੁੱਖ ਨਾਲ ਰਵਾਂਗੇ। ਹੁਣ ਘਰ ਬਣਾ ਲਿਆ, ਮਕਾਨ ਬੜਾ ਸੁੰਦਰ ਬਣ ਗਿਆ, ਪਰ ਉਸ ਘਰ ਦੇ ਅੰਦਰ ਰਹਿ ਕੇ ਸਾਡੀ ਆਪਸ ਵਿੱਚ ਬਣ ਨਹੀਂ ਰਹੀ, ਕਿਚ-ਕਿਚ ਕਲੇਸ਼ ਪਿਆ ਰਹਿੰਦਾ ਹੈ ਸਾਰਾ ਦਿਨ, ਤੇ ਫਿਰ ਉਹ ਕਾਰਜ ਸਿਰੇ ਤੇ ਨਾ ਚੜਿਆ। ਕਾਰਜ ਤੇ ਇਸ ਕਰਕੇ ਕੀਤਾ ਸੀ ਵੀ ਘਰ ਦੇ ਵਿੱਚੋਂ ਸੁੱਖ ਪੈਦਾ ਹੋਏਗਾ, ਪਰ ਅਸੀਂ ਉੱਥੇ ਦੁਖੀ ਹਾਂ, ਤਾਂ ਇਹਦਾ ਮਤਲਬ ਜਿਸ ਵਾਸਤੇ ਅਸੀਂ ਕਾਰਜ ਕੀਤਾ ਸੀ ਉਹ ਕੁਛ ਉਹਦੇ ਵਿੱਚੋਂ ਨਹੀਂ ਨਿਕਲਿਆ।
ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੇ ਕਾਰਜ ਨੂੰ ਰਾਸ ਕਰਨਾ ਚਾਹੁੰਦੇ ਹੋ ਕਿ ਕਾਰਜ ਸਿਰੇ ਚੜੇ, ਉਸ ਕਾਰਜ ਦਾ ਰਿਜ਼ਲਟ ਜਿਹੜਾ ਹੈ ਉਹ ਸਹੀ ਨਿਕਲੇ, ਹਰ ਪੈ ਆਖੀ ਦਾ ਮਤਲਬ ਹਰੀ ਕੋਲ ਅਰਦਾਸ ਕਰੋ, ਮੀਨਸ ਕਿ ਰੱਬੀ ਰਜ਼ਾ ਦੇ ਵਿੱਚ ਤੁਰੋ। ਜੇ ਰੱਬੀ ਰਜ਼ਾ ਦੇ ਵਿੱਚ ਰਹੋਗੇ ਤੇ ਤੁਹਾਡਾ ਕੰਮ ਸਿਰੇ ਚੜੇਗਾ, ਉਹਦੇ ਵਿੱਚੋਂ ਸੁੱਖ ਉਪਜੇਗਾ। ਮੰਨ ਲਓ ਆਪਾਂ ਘਰ ਦੀ ਮਿਸਾਲ ਹੀ ਲਈਏ, ਹੁਣ ਜੇ ਘਰ ਬਣਾਉਣਾ ਹੈ, ਘਰ ਬਣ ਗਿਆ ਤੇ ਜੇ ਅਸੀਂ ਰੱਬੀ ਰਜ਼ਾ ਵਿੱਚ ਰਹੀਏ, ਯਾਨੀ ਅਸੂਲਾਂ ਦਾ ਪਾਲਨ ਕਰੀਏ, ਰੱਬੀ ਗੁਣ ਗਾਈਏ ਸਾਰੇ ਪਰਿਵਾਰ ਦੇ ਮੈਂਬਰ, ਤੇ ਘਰ ਦੇ ਅੰਦਰ ਸੁੱਖ ਸ਼ਾਂਤੀ ਪੈਦਾ ਹੋਏਗੀ। ਕਾਰਜ ਰਾਸ ਆ ਗਿਆ ਨਾ, ਕਾਰਜ ਦਾ ਰਿਜ਼ਲਟ ਨਿਕਲਿਆ। ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ। ਸਤਿਗੁਰ ਸੱਚ ਸਾਖੀ, ਹੁਣ ਰੱਬ ਸਾਡਾ ਕਾਰਜ ਸਵਾਰ ਦਿੰਦਾ ਹੈ, ਯਾਨੀ ਕਾਰਜ ਰਾਸ ਕਰ ਦਿੰਦਾ ਹੈ। ਤੇ ਉਹ ਸਾਧਨ ਕਿਹੜਾ ਹੈ? ਸਤਿਗੁਰ ਸੱਚ ਸਾਖੀ ਹੈ। ਸਾਖੀ ਦਾ ਮਤਲਬ ਸਿੱਖਿਆ। ਸਤਿਗੁਰ ਦੀ ਸੱਚੀ ਸਿੱਖਿਆ ਰਾਹੀਂ ਰੱਬ ਸਾਡਾ ਕਾਰਜ ਸਵਾਰ ਦਿੰਦਾ ਹੈ, ਸਤਿਗੁਰ ਦੀ ਸੱਚੀ ਸਿੱਖਿਆ ਰਾਹੀਂ। ਤਾਂ ਦੇਖੋ, ਸਾਡੀ ਜ਼ਿੰਦਗੀ ਦਾ ਕੋਈ ਵੀ ਕਾਰਜ ਹੈ, ਜੇ ਅਸੀਂ ਉਸ ਕਾਰਜ ਨੂੰ ਸਤਿਗੁਰ ਦੀ ਸਿੱਖਿਆ ਮੁਤਾਬਕ ਕਰਦੇ ਹਾਂ ਤਾਂ ਉਸ ਕਾਰਜ ਦਾ ਰਿਜ਼ਲਟ ਜਿਹੜਾ ਹੈ ਉਹ ਸਹੀ ਨਿਕਲੇਗਾ। ਸਪੋਜ਼ ਅਸੀਂ ਵਿਆਹ ਕਰਾਉਂਦੇ ਹਾਂ, ਪਤੀ ਪਤਨੀ ਜੇ ਗੁਰੂ ਦੀ ਸਿੱਖਿਆ ਮੁਤਾਬਕ ਜ਼ਿੰਦਗੀ ਜੀਣ, ਧਨ ਫਿਰ ਇਹ ਨਾ ਆਖੀਏ ਬਹਿਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਧਨ ਫਿਰ ਕਹੀਏ ਸੋਏ। ਕਿ ਅਸਲੀ ਪਤੀ ਪਤਨੀ ਉਹ ਨੇ ਜਿਨ੍ਹਾਂ ਦੀ ਜੋਤ ਇੱਕ ਹੋਵੇ, ਸਰੀਰ ਦੋ ਹੋਣ। ਜੋਤ ਦਾ ਮਤਲਬ ਸੋਚ, ਦੋਵਾਂ ਦੀ ਸੋਚ ਹੋਵੇ ਇੱਕ, ਸੋਚ ਹੋਵੇ ਸੱਚੀ, ਸੋਚ ਹੋਵੇ ਇਮਾਨਦਾਰੀ ਵਾਲੀ। ਉਹ ਜਿਹੜੇ ਪਤੀ ਪਤਨੀ ਨੇ, ਉਹਨਾਂ ਦੀ ਜ਼ਿੰਦਗੀ ਦੇ ਅੰਦਰ ਸੁੱਖ ਪੈਦਾ ਹੋਏਗਾ, ਉਹਨਾਂ ਨੂੰ ਅਸੀਂ ਪਤੀ ਪਤਨੀ ਕਹਿ ਸਕਦੇ ਹਾਂ। ਤਾਂ ਸਾਡਾ ਜਿਹੜਾ ਵਿਆਹ ਦਾ ਕਾਰਜ ਸੀ, ਰਾਸ ਆ ਗਿਆ ਨਾ, ਜੇ ਅਸੀਂ ਗੁਰੂ ਦੀ ਸਿੱਖਿਆ ਮੁਤਾਬਕ ਪਤੀ ਪਤਨੀ ਜੀਂਦੇ ਹਾਂ। ਤੇ ਜੇ ਗੁਰੂ ਦੀ ਸਿੱਖਿਆ ਮੁਤਾਬਕ ਨਹੀਂ ਜੀਂਦੇ ਤਾਂ ਪਤੀ ਪਤਨੀ ਦਾ ਰਿਸ਼ਤਾ ਤੇ ਰਹੇਗਾ, ਲੇਕਿਨ ਕਲੇਸ਼। ਆਮ ਕਹਾਵਤ ਹੈ ਨਾ ਕਿ ਵਿਆਹ ਕੀ ਹੈ ਕਿ ਬਿਜਲੀ ਦੀਆਂ ਦੋ ਤਾਰਾਂ, ਜੇ ਤੇ ਠੀਕ ਜੁੜ ਜਾਣ, ਬਿਜਲੀ ਦੀਆਂ ਤਾਰਾਂ ਠੀਕ ਜੁੜ ਜਾਣ ਤੇ ਚਾਨਣ ਹੁੰਦਾ ਹੈ, ਤੇ ਗਲਤ ਜੁੜ ਜਾਣ ਤੇ ਫਿਰ ਪਟਾਕੇ ਪੈਂਦੇ ਨੇ, ਫਿਊਜ਼ ਵੀ ਉੱਡ ਜਾਂਦੇ ਨੇ, ਬਾਕੀ ਵਾਇਰਿੰਗ ਵੀ ਸਾਰੀ ਸੜ ਜਾਂਦੀ ਹੈ। ਤੇ ਵਿਆਹ ਵੀ ਬਿਜਲੀ ਦੀਆਂ ਦੋ ਤਾਰਾਂ ਦੀ ਤਰ੍ਹਾਂ ਹੀ ਹੈ, ਜੇ ਤੇ ਠੀਕ ਜੁੜ ਜਾਏ ਤਾਂ ਜ਼ਿੰਦਗੀ ਵਿੱਚ ਚਾਨਣਾ ਹੈ, ਨਹੀਂ ਤਾਂ ਪਟਾਕੇ ਤੇ ਪੈਂਦੇ ਨੇ ਨਾ, ਹਰ ਘਰ ਵਿੱਚ ਪੈ ਹੀ ਰਹੇ ਨੇ, ਉਹ ਤੇ ਅਸੀਂ ਸਮਝਦੇ ਹਾਂ। ਇਸ ਲਈ ਜੇ ਅਸੀਂ ਗੁਰੂ ਦੀ ਸਿੱਖਿਆ ਮੁਤਾਬਕ ਜ਼ਿੰਦਗੀ ਜੀਵੀਏ ਤਾਂ ਸਾਡਾ ਹਰ ਕਾਰਜ ਸੰਵਰ ਜਾਂਦਾ ਹੈ, ਉਹਦੇ ਚੋਂ ਸੁੱਖ ਪੈਦਾ ਹੁੰਦਾ ਹੈ। ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਏ। ਨਿਧਾਨ ਦਾ ਮਤਲਬ ਖਜ਼ਾਨਾ, ਸੰਗ ਦਾ ਮਤਲਬ ਸੰਗਤ ਵਿੱਚ, ਸੰਤਾਂ ਸੰਗ ਦਾ ਮਤਲਬ ਜਿਹੜੇ ਗੁਰੂ ਦੇ ਪਿਆਰੇ ਨੇ, ਸਚਿਆਰ ਪੁਰਸ਼ ਨੇ, ਉਹਨਾਂ ਦੀ ਸੰਗਤ ਵਿੱਚ ਮਿਲ ਕੇ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਚੱਕ ਸਕੀਦਾ ਹੈ। ਨਿਧਾਨ ਦਾ ਮਤਲਬ ਖਜ਼ਾਨਾ, ਸੁੱਖਾਂ ਦਾ ਖਜ਼ਾਨਾ। ਆਤਮਿਕ ਜੀਵਨ ਦੇਣ ਵਾਲਾ ਨਾਮ ਖਜ਼ਾਨਾ ਸਾਡੇ ਅੰਦਰ ਭਰਿਆ ਪਿਆ ਹੈ। ਤੇ ਉਹ ਕਿਹੜਾ ਖਜ਼ਾਨਾ ਹੈ? ਆਪਾਂ ਰੋਜ਼ ਬੇਨਤੀ ਕਰ ਰਹੇ ਹਾਂ, ਜਿੰਨੇ ਵੀ ਆ ਸ਼ੁਭ ਗੁਣ ਨੇ, ਸਚਾਈ ਹੈ, ਦਇਆ ਹੈ, ਪ੍ਰੇਮ ਹੈ, ਇਨਸਾਨੀਅਤ ਹੈ, ਨਿਰਭੈਤਾ ਹੈ, ਨਿਰਵੈਰਤਾ ਹੈ, ਇਹ ਸਾਰੇ ਗੁਣ ਅੰਦਰ ਭਰੇ ਪਏ ਨੇ। ਤੇ ਜੇ ਅਸੀਂ ਗੁਰਮੁਖਾਂ ਦੀ ਸੰਗਤ ਵਿੱਚ ਮਿਲੀਏ ਤਾਂ ਸਾਡੀ ਜ਼ਿੰਦਗੀ ਦੇ ਅੰਦਰ ਇਹ ਗੁਣ ਪ੍ਰਫੁੱਲਤ ਹੋ ਸਕਦੇ ਨੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਗੁਰਮੁਖਾਂ ਦੇ ਨਾਲ ਮਿਲ ਕੇ ਤਾਂ ਇਹ ਜਿਹੜਾ ਨਾਮ ਖਜ਼ਾਨਾ ਹੈ, ਸ਼ੁਭ ਗੁਣ ਨੇ, ਇਹਨਾਂ ਦਾ ਰਸ ਮਾਣਿਆ ਜਾ ਸਕਦਾ ਹੈ। ਯਾਨੀ ਕਾਰਜ ਰਾਸ ਕਰਨ ਲਈ ਸਾਨੂੰ ਚੰਗੇ ਇਨਸਾਨਾਂ ਦੀ ਸੰਗਤ ਕਰਨੀ ਚਾਹੀਦੀ ਹੈ, ਵਿਕਾਰੀਆਂ ਦੀ ਸੰਗਤ ਤੋਂ ਬਚਣਾ ਚਾਹੀਦਾ ਹੈ। ਭੈ ਭੰਜਨ ਮਿਹਰਬਾਨ ਦਾਸ ਕੀ ਰਾਖੀ ਹੈ, ਤੇ ਬੇਨਤੀ ਕਰਨੀ ਚਾਹੀਦੀ ਹੈ ਭੈ ਭੰਜਨ। ਭੈ ਭੰਜਨ ਦਾ ਮਤਲਬ ਡਰ ਦੂਰ ਕਰਨ ਵਾਲਾ। ਇਹ ਮਿਹਰਬਾਨ, ਇਹ ਡਰਾਂ ਨੂੰ ਦੂਰ ਕਰਨ ਵਾਲੇ, ਦਾਸ ਦੀ ਲਾਜ ਰੱਖੋ, ਦਾਸ ਤੇ ਡਰਾਂ ਨੂੰ ਵੀ ਦੂਰ ਕਰੋ, ਕਿਉਂਕਿ ਜ਼ਿੰਦਗੀ ਵਿੱਚ ਡਰ ਨੇ ਨਾ। ਹੁਣ ਡਰ ਕਿਉਂ ਨੇ? ਸੋ ਡਰੇ ਜੇ ਪਾਪ ਕਮਾਉਂਦਾ ਧਰਮੀ ਵਿਗਸੇਤ। ਡਰ ਸਾਡੀ ਜ਼ਿੰਦਗੀ ਚ ਉਦੋਂ ਪੈਦਾ ਹੁੰਦਾ ਜਦੋਂ ਅਸੀਂ ਕੋਈ ਮਾੜਾ ਕਰਮ ਕਰਦੇ ਹਾਂ, ਉਦੋਂ ਡਰ ਪੈਦਾ ਹੁੰਦਾ। ਤੇ ਜੇ ਰੱਬੀ ਰਜ਼ਾ ਦੇ ਵਿੱਚ ਰਹੀਏ ਤਾਂ ਬੰਦਾ ਐਸਾ ਕੋਈ ਕੰਮ ਕਰੇਗਾ ਹੀ ਨਹੀਂ ਜਿਸ ਦੇ ਨਾਲ ਡਰ ਪੈਦਾ ਹੋਵੇ, ਝੂਠ ਬੋਲੇਗਾ ਹੀ ਨਹੀਂ। ਹੁਣ ਦੇਖੋ, ਡਰ ਹੈ ਨਾ, ਅਸੀਂ ਆਮ ਘਰਾਂ ਵਿੱਚ ਨਿੱਕੀ ਨਿੱਕੀ ਸ਼ਬਦਾਵਲੀ ਯੂਜ਼ ਕਰਦੇ ਹਾਂ ਤੇ ਉਹ ਬੜੀ ਭੈੜੀ ਸ਼ਬਦਾਵਲੀ। ਬੱਚੇ ਨੂੰ ਮਾਂ ਕਹਿ ਰਹੀ ਹੈ ਬੇਟਾ ਪਾਪਾ ਨੂੰ ਨਾ ਦੱਸੀ,
ਕਿ ਮੈਂ ਤੈਨੂੰ ਆ ਪੈਸੇ ਦਿੱਤੇ ਸੀ, ਜਾਂ ਮੈਂ ਤੈਨੂੰ ਫਲਾਂ ਦੇ ਘਰ ਭੇਜਿਆ ਸੀ, ਜਾਂ ਅਸੀਂ ਫਿਲਮ ਦੇਖਣ ਗਏ ਸੀ, ਜਾਂ ਅਸੀਂ ਚਾਟ ਪਕੌੜੇ ਖਾਦੇ ਸੀ, ਪਾਪਾ ਨੂੰ ਨਾ ਦੱਸੀ। ਹੁਣ ਇਹ ਗੱਲ ਕਹਿ ਦਿੱਤੀ, ਪਾਪਾ ਨੂੰ ਨਾ ਦੱਸੀ। ਇੱਕ ਤਾਂ ਬੱਚੇ ਨੂੰ ਝੂਠ ਬੋਲਣਾ ਸਿਖਾਇਆ, ਤੇ ਦੂਜਾ ਪਾਪਾ ਨੂੰ ਕਿਤੋਂ ਨਾ ਕਿਤੋਂ ਫਿਰ ਪਤਾ ਲੱਗ ਜਾਣਾ, ਕਲੇਸ਼ ਤੇ ਪੈਗਾ। ਤਾਂ ਜਿਹੜਾ ਪਾਪਾ ਨੂੰ ਨਹੀਂ ਦੱਸਣਾ ਉਹ ਕੰਮ ਹੀ ਨਾ ਕਰੋ। ਤੇ ਪਿਓ ਕਹਿ ਰਿਹਾ ਬੇਟਾ ਮੰਮੀ ਨੂੰ ਨਾ ਦੱਸੀ ਕਿ ਅਸੀਂ ਫਲਾਣੇ ਦੇ ਘਰ ਗਏ ਸਾਂ, ਅਸੀਂ ਫਲਾਂ ਦੇ ਘਰ ਗਏ ਸਾਂ, ਮੰਮੀ ਨੂੰ ਨਾ ਦੱਸੀ। ਤਾਂ ਹੁਣ ਜਦੋਂ ਮੰਮੀ ਨੂੰ ਤੇ ਪਤਾ ਲੱਗਣਾ ਫਿਰ ਕਲੇਸ਼ ਤੇ ਪੈਗਾ ਨਾ। ਤੇ ਉਹ ਇੱਕ ਕੱਲ ਪਰਸੋਂ ਪੜ੍ਹ ਰਿਹਾ ਸਾਂ, ਕਹਿੰਦਾ ਵੀ ਉਹ ਕੋਈ ਬੱਚਾ ਸੀ ਤੇ ਉਹਨੇ ਪੜੋਸਣ ਆਂਟੀ ਸੀ ਉੱਤੋਂ ਸੰਤਰਾ ਲੈ ਕੇ ਖਾਧਾ, ਤੇ ਅੰਦਰੋਂ ਮਾਂ ਆ ਗਈ, ਕਹਿਣ ਲੱਗੀ ਬੇਟਾ ਐਵੇਂ ਥੋੜੀ ਕਰੀਦਾ, ਸੰਤਰਾ ਆਂਟੀ ਤੋਂ ਲੈ ਕੇ ਖਾਣ ਡਿਆ। ਤੇ ਕਹਿੰਦਾ ਫਿਰ ਕੀ, ਪਾਪਾ ਨਹੀਂ ਲੈ ਕੇ ਦਿੱਤੇ ਸਨ। ਬਸ ਅਗਲੀ ਕਾਰਵਾਈ ਸ਼ੁਰੂ ਹੋ ਗਈ, ਹੋਏਗੀ ਨਾ ਸ਼ੁਰੂ ਕਾਰਵਾਈ। ਤਾਂ ਐਸੇ ਕਰਮ ਨਾ ਕਰੋ। ਭੈ ਭੰਜਨ ਮਿਹਰਬਾਨ ਦਾਸ ਕੀ ਰਾਖੀ। ਹੁਣ ਭੈ ਭੰਜਨ ਮਿਹਰਬਾਨ, ਰੱਬ ਡਰਾਂ ਨੂੰ ਦੂਰ ਕਰਨ ਵਾਲਾ ਹੈ। ਤੇ ਡਰ ਉਦੋਂ ਪੈਦਾ ਹੁੰਦੇ ਨੇ ਜਦੋਂ ਅਸੀਂ ਮਾੜੇ ਕਰਮ ਕਰਦੇ ਹਾਂ, ਤੇ ਜਦੋਂ ਅਸੀਂ ਰੱਬੀ ਗੁਣਾਂ ਦੇ ਧਾਰਨੀ ਹੋਵਾਂਗੇ, ਸਾਡੀ ਜ਼ਿੰਦਗੀ ਵਿੱਚ ਡਰ ਨਹੀਂ ਹੋਣਗੇ, ਕੋਈ ਡਰ ਵਾਲਾ ਅਸੀਂ ਕਰਮ ਨਹੀਂ ਕਰਾਂਗੇ। ਇਸ ਲਈ ਗੁਰੂ ਜੀ ਕਹਿੰਦੇ ਨੇ ਰੱਬੀ ਗੁਣਾਂ ਦੇ ਧਾਰਨੀ ਹੋ, ਪ੍ਰਭੂ ਦੇ ਨਾਲ ਜੁੜੋ। ਨਾਨਕ ਹਰ ਗੁਣ ਗਾਏ, ਅਲਖ ਪ੍ਰਭ ਲਖੀਏ। ਅਲਖ ਦਾ ਮਤਲਬ ਜਿਹੜਾ ਦਿਸਦਾ ਨਹੀਂ, ਲਖੀਏ ਦਾ ਮਤਲਬ ਵੇਖ ਲਈਦਾ ਹੈ। ਨਾਨਕ ਹਰ ਗੁਣ ਗਾਏ, ਗੁਰੂ ਜੀ ਕਹਿੰਦੇ ਨੇ ਹਰੀ ਦੇ ਗੁਣ ਗਾਣੇ ਚਾਹੀਦੇ ਨੇ, ਰੱਬੀ ਗੁਣਾਂ ਦੇ ਧਾਰਨੀ ਹੋਣਾ ਚਾਹੀਦਾ ਹੈ। ਫਿਰ ਕੀ ਹੋਏਗਾ, ਅਲਖ ਪ੍ਰਭ ਲਖੀਏ, ਜਿਹੜਾ ਨਾ ਦਿਸਣ ਵਾਲਾ ਰੱਬ ਹੈ ਉਹਨੂੰ ਵੇਖ ਲਈਦਾ, ਉਹਦੇ ਦਰਸ਼ਨ ਹੋ ਜਾਂਦੇ ਨੇ, ਯਾਨੀ ਉਹਦੇ ਨਾਲ ਸਾਂਝ ਪੈਦਾ ਹੋ ਜਾਂਦੀ ਹੈ। ਦੇਖੋ ਕਿੰਨਾ ਸੌਖਾ ਸਾਧਨ ਹੈ ਇਹ ਗੁਣਾਂ ਦੇ ਧਾਰਨੀ ਹੋਣਾ, ਮਨ ਕਰਕੇ, ਬਚਨਾ ਕਰਕੇ ਔਰ ਕਰਮਾਂ ਕਰਕੇ। ਆਮ ਜ਼ਿੰਦਗੀ ਜੀਂਦਿਆਂ, ਇਮਾਨਦਾਰੀ ਨਾਲ, ਸੱਚਾਈ ਨਾਲ ਜ਼ਿੰਦਗੀ ਜੀਂਦਿਆਂ, ਗੁਣਾਂ ਦੇ ਧਾਰਨੀ ਹੋ ਕੇ ਰੱਬ ਦੇ ਨਾਲ ਸਾਂਝ ਬਣ ਜਾਏਗੀ। ਦੁਕਾਨ ਕਰਦੇ ਹੋ, ਵਪਾਰ ਕਰਦੇ ਹੋ, ਜੌਬ ਕਰਦੇ ਹੋ, ਖੇਤੀ ਕਰਦੇ ਹੋ, ਕੋਈ ਵੀ ਕਰਮ ਅਸੀਂ ਕਰ ਰਹੇ ਹਾਂ, ਇਮਾਨਦਾਰੀ ਨਾਲ ਕੰਮ ਕਰਦੇ ਹਾਂ, ਗੁਣਾਂ ਦੇ ਜੇ ਅਸੀਂ ਧਾਰਨੀ ਹੋਈਏ ਤੇ ਅਲਖ ਪ੍ਰਭੂ ਨੂੰ ਵੇਖ ਲਈਦਾ ਹੈ। ਉਹ ਪ੍ਰਭੂ ਅੰਦਰੋਂ ਹੀ ਪ੍ਰਗਟ ਹੋ ਜਾਂਦਾ ਹੈ, ਸਾਰਿਆਂ ਦੇ ਅੰਦਰ ਸਾਨੂੰ ਉਹੀ ਦਿਸਦਾ ਹੈ, ਯਾਨੀ ਉਹਦੇ ਨਾਲ ਸਾਂਝ ਪੈ ਜਾਂਦੀ ਹੈ, ਉਹਦੇ ਨਾਲ ਸਾਂਝ ਪੈ ਜਾਂਦੀ ਹੈ। ਤਾਂ ਗੁਣਾਂ ਦੇ ਨਾਲ ਸਾਂਝ ਪਾਣਾ ਹੀ ਰੱਬ ਦੇ ਨਾਲ ਸਾਂਝ ਪਾਣਾ ਹੈ। ਗੁਣਾਂ ਦੇ ਵਿੱਚ ਆਪਣੀ ਸੁਰਤ ਨੂੰ ਮਿਲਾ ਦੇਣਾ ਹੀ ਰੱਬ ਦੇ ਵਿੱਚ ਅਭੇਦ ਹੋ ਜਾਣਾ ਹੈ। ਗੁਣਾਂ ਨੂੰ ਪਾ ਲੈਣਾ ਹੀ ਰੱਬ ਨੂੰ ਪਾ ਲੈਣਾ ਹੈ। ਤਾਂ ਐਵੇਂ ਜੇ ਤੁਸੀਂ ਰੱਬੀ ਗੁਣਾਂ ਦੇ ਧਾਰਨੀ ਹੋਵੋਗੇ ਤਾਂ ਉਸ ਅਲਖ ਪ੍ਰਭੂ ਨੂੰ ਤੁਸੀਂ ਵੇਖ ਲਓਗੇ। ਤਾਂ ਅੱਜ ਦੇ ਵਿਚਾਰ ਇੱਥੇ ਸਮਾਪਤ ਕਰਦੇ ਹਾਂ। ਅੱਜ ਅਸਾਂ ਜੋ ਪਹਿਲਾ ਸ਼ਬਦ ਵਿਚਾਰਿਆ ਹੈ ਉਹ ਵੀ ਉਰੇ ਪੌੜੀ ਵੀ। ਜੇ ਕਿਸੇ ਵੀਰ ਭੈਣ ਨੇ ਕੋਈ ਸਵਾਲ ਕਰਨਾ ਹੈ ਇਸ ਪ੍ਰਤੀ ਤਾਂ ਉਹ ਅਨਮਿਊਟ ਹੋ ਜਾਓ, ਆਪ ਸਵਾਲ ਕਰ ਸਕਦੇ ਹੋ। ਜੇ ਕਿਸੇ ਵੀਰ ਭੈਣ ਨੇ ਆਪਣੇ ਵਿਚਾਰ ਦੇਣੇ ਨੇ ਤਾਂ ਉਹ ਆਪਣੇ ਵਿਚਾਰ ਦੇ ਸਕਦੇ ਹੋ। ਵੀਰ ਤਰਲੋਚਨ ਸਿੰਘ ਜੀ ਅਨਮਿਊਟ ਹੋ ਗਏ ਨੇ, ਅਗਲੀ ਕਾਰਵਾਈ ਕਲਾਸ ਦੀ ਉਹ ਕਰਨਗੇ। ਤੇ ਮੇਰੇ ਵੱਲੋਂ ਇੱਥੇ ਮੈਂ ਖਿਮਾ ਚਾਹਾਂਗਾ। ਤੇ ਜੋ ਫੇਸਬੁੱਕ ਤੇ ਮੇਰੇ ਵੀਰ ਤੇ ਭੈਣਾਂ ਸਰਵਣ ਕਰ ਰਹੇ ਨੇ, ਆਪ ਸਾਰਿਆਂ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਜੋ ਆਪ ਇਹਨਾਂ ਪਿਆਰ ਬਖਸ਼ਦੇ ਹੋ। ਇਸੇ ਤਰ੍ਹਾਂ ਪਿਆਰ ਬਣਾਈ ਰੱਖਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।